ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਗਟਿਓ ਤਬ ਪ੍ਰਚੰਡ ਬਲ ਕਰਕਾ। ਬੱਜਰ ਸਮਾਨ ਨਠੁਰ ਤਨ ਧਰਕਾ। ਹੇਮ ਤਪਤ ਕੇ ਕ੍ਰਾਂਤ ਸਮਾਨਾ। ਮਨਹ ਦੂਸਰੋ ਭਇਓ ਕਿਰਸਾਨਾ। ਪ੍ਰਗਟਿਓ ਤਬ ਪ੍ਰਚੰਡ ਬਲ ਕਰਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਇਹਨਾਂ ਨੇਤਰਾਂ ਨੂੰ ਇਸ ਸਰੀਰ ਨੂੰ ਸਫਲਾ ਸਕਾਰਥਾ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਸੋਧਾਰ ਰਹਿਰਾਸ ਸਾਹਿਬ ਬਾਣੀ ਦੇ ਜਾਪ ਸਰਵਣ ਕਰਕੇ ਆਪ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਹੈ। ਬੇਅੰਤ ਸੰਗਤਾਂ ਨੇ ਗੁਰੂ ਚਰਨਾਂ 'ਚ ਹਾਜ਼ਰੀਆਂ ਭਰੀਆਂ ਹਨ। ਗੁਰਮਤਿ ਅਨੁਸਾਰ ਮਨ ਭਾਉਂਦੀਆਂ ਮਨ ਇੱਛਤ ਫਲ ਪ੍ਰਾਪਤ ਕੀਤੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਨਿਤਨੇਮ ਨਾਲ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਲੜੀਵਾਰ ਕਥਾ ਪਿਛਲੇ ਕੁਝ ਮਹੀਨਿਆਂ ਤੋਂ ਕਰਦੇ ਆ ਰਹੇ ਹਾਂ, ਉਸ ਕਥਾ ਦਾ ਹੁਣ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਪ੍ਰਹਿਲਾਦਪੁਰੀ ਵਿੱਚ ਗਏ ਅਤੇ ਉੱਥੇ ਜਾ ਕੇ ਜਿਹੜਾ ਹੈ ਪ੍ਰਹਿਲਾਦ ਭਗਤ ਜੀ ਨਾਲ ਮੇਲ ਮਿਲਾਪ ਕੀਤਾ।
ਤੇ ਸਤਿਗੁਰੂ ਜੀ ਜਾਂਦਿਆਂ ਹੀ ਜੋ ਪ੍ਰਹਿਲਾਦ ਭਗਤ ਜੀ ਨੇਤਰ ਬੰਦ ਕਰਕੇ ਇਹ ਸਮਾਧੀ ਵਿੱਚ ਲੀਨ ਸਨ, ਤੇ ਗੁਰੂ ਸਾਹਿਬ ਜੀ ਜਾ ਕੇ ਧੰਨ ਕਰਤਾਰ, ਸਤ ਕਰਤਾਰ, ਸੁਭਾਏਮਾਨ ਕਰਤਾਰ ਇਹ ਬੋਲਾ ਬੋਲਿਆ। ਜਦੋਂ ਸੁਣਦਿਆਂ ਸਾਰੀ ਭਗਤ ਪ੍ਰਹਿਲਾਦ ਜੀ ਦੇ ਨੇਤਰ ਖੁੱਲ੍ਹੇ ਹੈ, ਦਰਸ਼ਨ ਕੀਤਾ ਹੈ ਤੇ ਕਿਹਾ ਵੀ ਆਪ ਜੀ ਕੌਣ ਹੋ, ਤੇ ਇੱਥੇ ਤੇ ਆਉਣਾ ਬਹੁਤ ਕਠਿਨ ਹੈ, ਕਿਸ ਤਰ੍ਹਾਂ ਆਪ ਆਏ ਹੋ, ਕਿੱਥੇ ਚੱਲੇ ਹੋ। ਗੁਰੂ ਸਾਹਿਬ ਜੀ ਦੇ ਨਾਲ ਫਿਰ ਅਧਿਆਤਮਕ ਤੌਰ 'ਤੇ ਅੰਤਰੀ ਵੀ ਉਹ ਪ੍ਰਸ਼ਨ ਕੀਤਾ ਹੈ, ਦੇਖਣ ਵਾਸਤੇ, ਗਿਆਨ ਪਰਖਣ ਵਾਸਤੇ ਕਿ ਆਪ ਜੀ ਨੇ ਇਹ ਜਿਹੜਾ ਭਾਂਡਾ ਹੈ, ਸਰੀਰ ਰੂਪੀ ਭਾਂਡਾ, ਕਿਹੜਾ ਜਿਹੜਾ ਉਸ ਨੂੰ ਉਜਲ ਕੀਤਾ ਹੈ, ਕਿਸ ਦੁੱਧ ਨੂੰ ਚੋ ਕਰਕੇ ਇਸ ਭਾਂਡੇ ਵਿੱਚ ਪਾਉਣਾ ਕੀਤਾ ਹੈ, ਫਿਰ ਉਸ ਦੁੱਧ ਨੂੰ ਕਿਹੜਾ ਤਾ ਦੇ ਕੇ ਤਪਾਉਣਾ ਕੀਤਾ ਹੈ, ਕਿਹੜੀ ਜਾਗ ਲਾਈ ਹੈ, ਕਿਹੜਾ ਜਾਗ ਵਿੱਚ ਪਾਇਆ ਹੈ, ਕਿਸ ਥਾਂ 'ਤੇ ਰੱਖ ਕੇ ਉਸ ਦੁੱਧ ਨੂੰ ਤੁਸਾਂ ਨੇ ਜਮਾਇਆ ਹੈ, ਤੇ ਉਸ ਨੂੰ ਕਿਸ ਢੰਗ ਨਾਲ ਰਿੜਕ ਕੇ ਵਿੱਚੋਂ ਮੱਖਣ ਕੱਢ ਕੇ ਉਹਦਾ ਸਵਾਦ ਚਖਣਾ ਕੀਤਾ, ਕੈਸਾ ਸਵਾਦ ਹੈ। ਇਹ ਜਦੋਂ ਇਸ ਤਰ੍ਹਾਂ ਪ੍ਰਸ਼ਨ ਕੀਤਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਅੰਤਰਜਾਮੀ ਉਸੇ ਵੇਲੇ ਉਸ ਦਾ ਜਵਾਬ ਦਿੱਤਾ ਹੈ, ਕਿਉਂਕਿ ਇਹੋ ਜਿਹਾ ਸਵਾਲ ਸਾਨੂੰ ਕੋਈ ਕਰ ਦੇਵੇ ਬਿਨਾਂ ਕੋਈ ਦ੍ਰਿਸ਼ਟਾਂਤ ਦੇ ਤੇ ਆਮ ਬੰਦਾ ਸਮਝ ਨਹੀਂ ਸਕਦਾ। ਇੱਥੇ ਵੀ ਜਦੋਂ ਸਿੱਧੇ ਪ੍ਰਸ਼ਨ ਆਉਂਦੇ ਹੈ ਤੇ ਸਮਝੇ ਨਹੀਂ ਜਾਂਦੇ ਵੀ ਕਿਹੜਾ ਭਾਂਡੇ ਦੀ ਗੱਲ ਕਰ ਦਿੱਤੀ, ਕਿਹੜੇ ਦੁੱਧ ਦੀ ਗੱਲ ਕਰ ਦਿੱਤੀ ਹੈ। ਫਿਰ ਗੁਰੂ ਸਾਹਿਬ ਜੀ ਨੇ ਅਧਿਆਤਮਕ ਤੌਰ 'ਤੇ ਹੀ ਉਹ ਜਵਾਬ ਦਿੱਤਾ ਵੀ ਭਗਤ ਪ੍ਰਹਿਲਾਦ ਜੀ, ਅਸਾਂ ਨੇ ਸਰੀਰ ਰੂਪੀ ਭਾਂਡਾ ਨਾਮ ਰੂਪੀ, ਪ੍ਰੇਮ ਰੂਪੀ ਜਲ ਨਾਲ ਧੋਤਾ ਹੈ, ਤੇ ਇਹਦੇ ਵਿੱਚ ਜਿਹੜਾ ਖਿਮਾ ਸਾਰਨ ਸ਼ਕਤੀ ਰੂਪ ਗਊ ਹੈ, ਉਹਦਾ ਦੁੱਧ ਸੰਤੋਖ ਰੂਪੀ ਦੁੱਧ ਚੋ ਕੇ ਪਾਇਆ ਹੈ, ਤੇ ਉਸ ਨੂੰ ਪਾ ਕਰਕੇ ਜਿਹੜਾ ਸਰੀਰ ਨੂੰ ਅਸਾਂ ਨੇ ਤਪਾਉਣਾ ਕੀਤਾ ਹੈ, ਤਪ ਕਰਕੇ ਕਠਿਨਾਈ ਦੇ ਕੇ ਇਹੀਓ ਤਾਇਆ ਹੈ। ਗੁਰੂ ਪਰਮੇਸ਼ਰ ਦੇ ਰਾਹੀਂ ਜਿਹੜਾ ਉਪਦੇਸ਼ ਪ੍ਰਾਪਤ ਕੀਤਾ, ਇਹ ਵਿੱਚ ਜਾਗ ਪਾਇਆ ਹੈ। ਵਾਹਿਗੁਰੂ ਦੀ ਜਿਹੜੀ ਸਾਧ ਸੰਗਤ ਹੈ, ਚੰਗਾ ਸਥਾਨ ਹੈ, ਉੱਥੇ ਰੱਖ ਕਰਕੇ ਜਿਹੜੇ ਸਿਆਣੇ ਮਹਾਂਪੁਰਸ਼ ਤਤ ਬੇਤੇ ਉਹਨਾਂ ਨੇ ਇਸ ਦੁੱਧ ਨੂੰ ਜਮਾਇਆ ਹੈ, ਤੇ ਗੁਰੂ ਦਾ ਉਪਦੇਸ਼ ਰੂਪੀ ਜਾਗ ਪਾ ਕੇ ਇਸ ਨੂੰ ਜਮਾਉਣਾ ਕੀਤਾ ਹੈ। ਮਨ ਦੀ ਜਿਹੜੀ ਸ੍ਰੇਸ਼ਟ ਵਿਚਾਰ ਹੈ, ਇਹ ਵਿੱਚ ਮਧਾਣੀ ਪਾ ਕਰਕੇ ਜਿਹੜਾ ਆਪਾ ਭਾਵ ਛੱਡਿਆ ਹੋਇਆ ਹੰਕਾਰ, ਇਹਨੂੰ ਬੜਾ ਪ੍ਰੇਮ ਧਾਰ ਕੇ ਰਿੜਕਿਆ ਇਸ ਦੁੱਧ ਨੂੰ, ਤੇ ਜਿਸ ਰਾਹੀਂ ਗਿਆਨ ਰੂਪੀ ਮੱਖਣ ਕੱਢਿਆ ਹੈ, ਤੇ ਭਾਣਾ ਮੰਨਣ ਰੂਪ ਉਹਦਾ ਸਵਾਦ ਸ੍ਰੇਸ਼ਟ ਚਖਣਾ ਕੀਤਾ ਹੈ। ਗੁਰੂ ਦੀ ਕਿਰਪਾ ਨਾਲ ਅਸੀਂ ਇਹ ਗਿਆਨ ਰੂਪੀ ਮੱਖਣ ਕੱਢ ਕੇ ਭਾਣਾ ਮੰਨਣ ਰੂਪੀ ਸਵਾਦ ਚੱਖ ਕੇ ਜਿਹੜਾ ਤ੍ਰਿਪਤ ਹੋ ਗਏ। ਇਹ ਦ੍ਰਿਸ਼ਟਾਂਤ ਅਧਿਆਤਮਕ ਤੌਰ ਦਾ ਹੀ ਸੁਣ ਕੇ ਭਗਤ ਪ੍ਰਹਿਲਾਦ ਜੀ ਬੜੇ ਪ੍ਰਸੰਨ ਹੋਏ ਹੈ। ਗੁਰੂ ਸਾਹਿਬ ਜੀ ਨੂੰ ਪਰਮੇਸ਼ਰ ਜਾਣ ਕੇ ਦੋਵੇਂ ਹੱਥ ਜੋੜ ਕੇ ਮਾਰੇ ਚਰਨਾਂ 'ਤੇ ਨਮਸਕਾਰ ਕੀਤੀ। ਅੱਗੋਂ ਗੁਰੂ ਸਾਹਿਬ ਜੀ ਨੇ ਵੀ ਪਰਮੇਸ਼ਰ ਦਾ ਭਗਤ ਜਾਣ ਕੇ ਆਪ ਵੀ ਨਮਸਕਾਰ ਕੀਤੀ ਹੈ, ਮਾਣ ਸਤਿਕਾਰ ਕੀਤਾ ਹੈ। ਫਿਰ ਉੱਧਰ ਜੋ ਕੋਲ ਹੀ ਬੈਠੇ ਭਗਤ ਭਾਈ ਬਾਲਾ ਜੀ ਸਨ, ਉਹਨਾਂ ਨੇ ਪੁੱਛਣਾ ਕੀਤਾ ਵੀ ਹੇ ਭਗਤ ਮਹਾਰਾਜ ਜੀ ਦੱਸੋ, ਸੰਸਾਰ ਵਿੱਚ ਤੇ ਆਪ ਜੀ ਦੀ ਕਥਾ ਪੁਰਾਣਾਂ ਵਿੱਚ ਸੰਤਾਂ ਭਗਤਾਂ ਵਿੱਚ ਪ੍ਰਗਟ ਹੀ ਹੈ ਕਿ ਆਪ ਜੀ ਦੀ ਰੱਖਿਆ ਜਿਹੜੀ ਹੈ ਨਰਸਿੰਘ ਅਵਤਾਰ ਹੋ ਕੇ ਪਰਮੇਸ਼ਰ ਨੇ ਕੀਤੀ ਹੈ। ਹੁਣ ਸਾਨੂੰ ਤੁਸੀਂ ਪ੍ਰਤੱਖ ਹੀ ਦਰਸ਼ਨ ਦੇ ਰਹੇ ਹੋ, ਅਤੇ ਆਪਣੇ ਮੁਖ ਤੋਂ ਹੀ ਉਹ ਪ੍ਰਤੱਖ ਪ੍ਰਗਟ ਰੂਪ ਵਿੱਚ ਹੀ ਸਾਰੀ ਕਥਾ ਸੁਣਾਓ।
फिर वो सुनानी शुरू की है भगत जी ने कथा। कहते भी सुनो भाई बाला जी, एक समय संसार के मालिक परमेश्वर ने विष्णु रूप हो के जिहड़ा वराह रूप धारण किया, क्योंकि जो मेरे पिता का भरा भा मेरा चाचा सी हिरण्यकश्यप, उन्हें धरती नूं इवें चुक करके 6वें पताल विच लै गया, जिस करके जीवां च हलचल होई। ते फिर वराह भाव सूर का अवतार धार के वो धरती 6वें पताल चों कड्ढी, ते किन्ने वरे हज़ारां ही जंग हुंदी रही। अखीरी वो अपने जो सूर का अवतार धारिया सी हुड्डां मार के ते हिरण्यकश्यप का वध किया ते धरती लिया के टिकाई। ये गल जो मेरे पिता नूं पता लगी हरनाकश नूं, उसने बहुत क्रोध किया ते उसने अपने नौकरां चाकरां सारे डांट के कहा भी नौकरो सुन लो, मेरे भरा हिरण्यकश्यप नूं विष्णु ने मारिया छल करके। हुण जिथे कोई विष्णु भगती करदा, कोई ब्राह्मण देवता कोई भी दिखदा उन्हूं खत्म कर दिओ, गऊ तक खत्म कर दिओ। फिर उन्हां दैंतां दे नाम गिनाए। फिर हे भाई बाला ने सारिਆਂ ने जाके सारे संसार विच ही जिहड़ा बड़ा अत्याचार किया, बड़ा डर दिता, ते सारिਆਂ नूं ही जिन्ने जिथे ब्राह्मण दिखदे मुनि दिखदे सारे मारने शुरू कर दिते। नगरां नूं पिंडां नूं अग ला दिती, बहुत अत्याचार किया। जिथे मंदिर देखियो धूड़ी च मिट्टी च मिला के खे कर दिती। इस तरह बाद विच मेरा पिता तप करन वास्ते चला गया कि मैं जिहड़े 10 दिशावां दे दिगपाल हैं, इंद्र यम ब्रह्मा अनंत कुबेर, मैं सारे जित लैने हैं। ये संकल्प करके फिर वो मदरांचल पहाड़ की चोटी ते चला गया, जिथे इन्ना घोर तप किया कि वेलां ते इस तरह रुख वर्मी मेरे पिता के शरीर उपर बन गई। पर उस विच भी वो इन्ने प्रकाश कर रहे सन। ते जदों मदरांचल पहाड़ ते तप शुरू किया, बाहां उपर करके ते जिहड़ा पैर दा एक लत्त दे भार हो के वो एक लत्त ते भी जिहड़ा पैर दा गूठा वो टका के तप किया। ऐसा घोर तप करने करके देवी देवत्यां च हलचल मची। उन्हें ब्रह्मा जी ने कहा भी आप जी कुछ करो, नहीं तो हरनाकश जिहड़ा सब दा ही वध कर दे रख देवेगा ते अपना राज भाग कायम कर लेगा। ये सुन के ब्रह्मा जी जिहड़े हैं फिर सामने आए मेरे पिता जी ने कहा भी हे पुत्र हरनाकश, तेरे कीते हुए तप का तेनों अज फल प्राप्त होएगा। तेरे श्रेष्ठ कर्म जाग गए, जिन्ना तू तप कर दिता है इन्ना तो अज तक ना किसी ने किया, ना कोई करेगा ही। बिना जल छके बिना भोजन छके 100 दिब बरख इन्नी वरे तू तप किया है। मंग जो तू मंगदा तेनों उही मैं देंगा। जो ना देने वाली वस्तु होएगी वो भी तेनों मैं अज दे देंगा तेरा तप देख के। इवें फिर जदों ब्रह्मा जी ने मेरे पिता जी नूं कहा, फिर जिवें उन्होंने उन्हां दी सिफत की, वो प्रसंग अज सारे अज आ रहा विस्तार नाल। जिवें भी भगत प्रहलाद जी ने भाई बाला जी नूं सारी कथा सुनाई। आओ आपां सरवण करिए, गुरु चरणां च लवाओ हाजरियां। उच्चारण करो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। प्रगट्यो तब प्रचंड बल करके
ਇਸ ਤਰ੍ਹਾਂ ਭਾਈ ਬਾਲਾ ਜੀ ਮੇਰੇ ਪਿਤਾ ਜੀ ਦੇ ਸਰੀਰ ਹੱਡੀਆਂ ਮਾਤਰ ਹੀ ਰਹਿ ਗਿਆ, ਮਾਸ ਵੀ ਕੀੜੀਆਂ ਖਾ ਗਈਆਂ, ਵਰਮੀ ਜਿਹੜੀਆਂ ਸੱਪਾਂ ਦੀਆਂ, ਸਿਉਂਕ ਦੀਆਂ, ਇਹ ਆਦਿਕ ਚੜ੍ਹ ਗਈਆਂ ਸਰੀਰ ਦੇ ਆਲੇ ਦੁਆਲੇ, ਉੱਪਰ ਘਾਹ ਹੀ ਘਾਹ, ਬਾਂਸ ਦੇ ਰੁੱਖ ਆਸੇ ਪਾਸੇ, ਇਵੇਂ ਸਰੀਰ ਸਾਰਾ ਢੱਕਿਆ ਗਿਆ। ਅਸੀਂ ਤਪ ਕਰਦੇ ਹਾਂ ਹਰਨਾਕਸ਼ ਨੂੰ। ਤੇ ਜਦੋਂ ਬ੍ਰਹਮਾ ਜੀ ਆਏ ਹੈ ਤੇ ਉਹਨਾਂ ਨੇ ਆ ਕੇ ਫਿਰ ਉਹ ਸਾਰਾ ਘਾਹ ਇਤਿਆਦਿਕ ਜਿਹੜੀ ਵਰਮੀ ਮਿੱਟੀ ਪਰੇ ਕੀਤੀ ਤੇ ਮੇਰੇ ਪਿਤਾ ਉੱਪਰ ਕਹਿੰਦੇ ਆ ਕਿ ਜਿਹੜਾ ਜਲ ਦੇ ਬੁੱਕ ਭਰ ਕੇ ਉਹ ਪਾਉਣੇ ਸ਼ੁਰੂ ਕਰ ਦਿੱਤੇ, ਸਰੀਰ ਧੋਤਾ। ਫਿਰ ਉਸ ਵੇਲੇ ਕਹਿੰਦੇ ਵੀ ਮੇਰੇ ਜੋ ਪਿਤਾ ਹਨ ਬੜਾ ਤੇਜ਼ ਹੀ ਪ੍ਰਤਾਪ ਧਾਰ ਕੇ ਬਲਜਾ ਕਰਕੇ ਉਸ ਵੇਲੇ ਪ੍ਰਗਟੇ, ਉਸੇ ਵੇਲੇ ਉੱਠੇ ਹਨ। ਬੱਜਰ ਸਮਾਨ ਨਠੁਰ ਤਨ ਧਰ ਕੇ, ਜਿਵੇਂ 7 ਧਾਤੂਆਂ ਦਾ ਬਣਿਆ ਹੋਇਆ ਇੰਦਰ ਦਾ ਸ਼ਾਸਤਰ ਹੈ, ਬੱਜਰ ਸ਼ਾਸਤਰ, ਉਹਦੇ ਸਮਾਨ ਬੜੇ ਸਖਤੀ ਸਰੀਰ ਨੂੰ ਧਾਰ ਕੇ ਹੈ, ਸਖਤ ਜਿਹਾ ਸਰੀਰ ਲੈ ਕੇ। ਹੇਮਤ ਪਤ ਕੇ ਕ੍ਰਾਂਤ ਸਮਾਨਾ, ਜਿਵੇਂ ਕਹਿੰਦੇ ਵੀ ਸੋਨਾ ਤਪਦਾ ਹੈ, ਉਹ ਤਪਸ਼ ਕਰਕੇ ਸੋਨਾ ਜਦੋਂ ਤਪਾਇਆ ਜਾਂਦਾ ਅਗਨੀ ਵਾਲਾ ਹੋ ਜਾਂਦਾ, ਬੜਾ ਚਮਕਦਾ ਹੈ, ਉਹ ਸੋਨੇ ਤਪਦੇ ਦੀ ਸੁੰਦਰਤਾ ਵਰਗਾ। ਮਨ ਹਾਂ ਦੂਸਰੋ ਭਇਓ ਕਿਰਸਾਨਾ, ਮਾਨੋ ਕਿ ਜਿਹੜਾ ਸੰਸਾਰ ਦੇ ਉੱਪਰ ਦੂਸਰਾ ਅਗਨੀ ਦੇਵਤਾ ਜਨਮ ਗਿਆ ਹੈ, ਉਹੀਓ ਪ੍ਰਗਟ ਹੋ ਗਿਆ ਹੈ। ਅਗਰਜ ਦੇਖਿਓ ਬ੍ਰਹਮਾ ਠਾਂਡਾ, ਇਹ ਭਾਈ ਬਾਲਾ ਜੀ ਜਦੋਂ ਮੇਰੇ ਪਿਤਾ ਜੀ ਨੇ ਨੇਤਰ ਖੋਲੇ ਉਹ ਕੀ ਦੇਖਿਆ ਕਿ ਅੱਗੇ ਬ੍ਰਹਮਾ ਜੀ ਖੜੇ ਹਨ। ਹਿਰਦੇ ਅਤਿਸ਼ੈ ਆਨੰਦ ਬਾਡਾ, ਬ੍ਰਹਮਾ ਜੀ ਨੂੰ ਵੇਖ ਕੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਵਧਿਆ। ਬੰਧਨ ਕੀਨਾ ਹਾਥ ਦਾ ਜੋਰੀ, ਉਸ ਵੇਲੇ ਹਰਨਾਕਸ਼ ਮੇਰੇ ਪਿਤਾ ਜੀ ਨੇ ਦੋਵੇਂ ਹੱਥ ਜੋੜ ਕੇ ਬ੍ਰਹਮਾ ਜੀ ਨੂੰ ਮੱਥਾ ਟੇਕਿਆ। ਉਸਤਤ ਲਾਗੋ ਕਰਨ ਬਹੋਰੀ, ਫਿਰ ਬੜੀ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਤੇ ਉਸਤਤ ਕਰਨ ਲੱਗ ਪਏ। ਨਮੋ ਨਮੋ ਤਵ ਜਾਨ ਮਰਾਲਾ, ਇਹ ਹੰਸ ਦੀ ਸਵਾਰੀ ਕਰਨ ਵਾਲੇ ਬ੍ਰਹਮਾ ਜੀ, ਤੁਹਾਨੂੰ ਮੇਰੇ ਪ੍ਰਹਿਲਾਦ ਦੀ, ਮੇਰੇ ਹਰਨਾਕਸ਼ ਦੀ ਨਮਸਕਾਰ ਹੈ, ਨਮਸਕਾਰ ਹੈ। ਨਮੋ ਨਮੋ ਚਹੁ ਬਦਨ ਕਿਰਪਾਲਾ, ਇਹ 4 ਮੁਖਾਂ ਵਾਲੇ ਬ੍ਰਹਮਾ ਜੀ ਕਿਰਪਾਲੂ ਦਿਆਲੂ, ਤੁਹਾਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਤ੍ਰੈ ਗੁਣ ਕੇਰ ਅਲੰਬ ਗਸਾਈ, ਤੁਸੀਂ ਦੇ ਸੰਸਾਰ ਦੇ ਮਾਲਕ ਹੋ, ਤਿੰਨਾਂ ਗੁਣਾਂ ਦੇ ਆਸਰੇ ਹੋ ਜੀ। ਆਪਨ ਸ਼ਕਤ ਤੇ ਸ੍ਰਿਸ਼ਟ ਬਨਾਈ, ਆਪਣੀ ਭਗਤੀ ਦੀ ਤਾਕਤ ਨਾਲ ਹੀ ਤੁਸਾਂ ਨੇ ਸ੍ਰਿਸ਼ਟੀ ਬਣਾਈ ਹੈ, ਦੁਨੀਆ ਬਣਾਈ ਹੈ। ਪ੍ਰਾਨ ਬੁੱਧ ਮਨ ਬਹੁਰ ਰਖੀ ਕੰਨ, ਫਿਰ ਜਿਹੜੀਆਂ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਹਨ ਤੇ 10 ਪ੍ਰਾਣ ਹੈ, ਮਨ ਬੁੱਧ ਚਿੱਤ ਅਹੰਕਾਰ ਅੰਤఃਕਰਨ, ਸਭ ਕੇ ਪ੍ਰੇਰਕ ਹੋ ਬਿਦਨੀ ਕੰਨ। ਇਹ ਬ੍ਰਹਮਾ ਜੀ ਤੁਸੀਂ ਚੰਗੀ ਤਰ੍ਹਾਂ ਹੀ ਸਾਰਿਆਂ ਦੇ ਪ੍ਰੇਰਕ ਹੋ, ਇਹਨਾਂ ਨੂੰ ਚਲਾਉਂਦੇ ਹੋ ਆਪਣੀ ਸੱਤਾ ਸਫੁਰਤੀ ਦੇ ਕੇ। ਗੁਣ ਅਗਾਧ ਜਗ ਪਾਲਕ ਰੂਪਾ, ਬਹੁਤ ਤੁਹਾਡੇ ਵਿੱਚ ਗੁਣ ਵੀ ਬੇਅੰਤ ਹੈ, ਸੰਸਾਰ ਦੇ ਪਾਲਣਾ ਕਰਨ ਵਾਲੇ ਸਰੂਪ ਹੋ ਜੀ। ਵੇਦ ਰੂਪ ਤੁਮ ਤਰਹ ਅਨੂਪਾ, ਇਹ ਬ੍ਰਹਮਾ ਜੀ ਤੁਸੀਂ ਅਨੂਪਮ ਹੀ, ਕਿਸੇ ਵੇਲੇ ਵੇਦਾਂ ਦਾ ਰੂਪ ਵੀ ਧਾਰ ਲੈਂਦੇ ਹੋ। ਹੋਤਾ ਹੋਇਆ ਕਰ ਯੱਗ ਕਰੰਤੇ, ਜੋ ਹੋਤਰੀ ਹੋ ਕੇ ਤੇ ਜਗ ਵੀ ਕਰਨ ਲੱਗ ਪੈਂਦੇ ਹੋ ਜੀ। ਨਿਰਵਿਕਾਰ ਸਰਬੱਗ ਅਨੰਤੇ, ਤੁਸੀਂ ਆ ਵਿਕਾਰਾਂ ਤੋਂ ਰਹਿਤ ਨਿਰਵਿਕਾਰ ਹੋ, ਸਰਬ ਗਿਆਤਾ ਹੋ ਤੇ ਅੰਤ ਤੋਂ ਰਹਿਤ ਬੇਅੰਤ ਹੋ। ਸ਼੍ਰੀ ਪ੍ਰਭ ਸਭ ਜਗ ਅੰਤਰ ਜਾਮੀ, ਸੁਭਾਏ ਮਾਨ ਪ੍ਰਭੂ ਸਾਰਿਆਂ
ਤੇ ਜਿਹੜੇ ਦਿਲਾਂ ਦੀ ਜਾਣਨ ਵਾਲੇ ਹੋ ਜੀ। ਤਵ ਪਦ ਕੰਜ ਨਮਾਮੀ। ਹੇ ਬ੍ਰਹਮਾ ਜੀ, ਤੁਹਾਡੇ ਚਰਨ ਕਮਲਾਂ ਉੱਪਰ ਮੇਰੀ ਹਰਨਾਕਸ਼ ਦੀ ਨਮਸਕਾਰ ਹੈ, ਨਮਸਕਾਰ ਹੈ। ਬ੍ਰਹਮ ਰੂਪ ਸਭ ਘਟ ਕੇ ਵਾਸੀ। ਤੁਸੀਂ ਬ੍ਰਹਮ ਸਰੂਪ ਹੋ, ਜਿਸ ਕਰਕੇ ਸਾਰੇ ਘਟਾਂ ਹਿਰਦਿਆਂ ਵਿੱਚ ਹੀ ਵਸਣ ਵਾਲੇ ਹੋ। ਸਕਲ ਨਯੰਤਾ ਹਰ ਅਬਨਾਸੀ। ਸਾਰਿਆਂ ਦੇ ਪ੍ਰੇਰਕੋ ਤੇ ਨਾਸ ਤੋਂ ਰਹਿਤ ਅਬਨਾਸੀ ਹੋ। ਤਵ ਐਸਵਰਜ ਕੋ ਪਾਏ ਨਾ ਅੰਤਾ। ਇਹ ਬ੍ਰਹਮਾ ਜੀ, ਤੁਹਾਡੀ ਜਿਹੜੀ ਵਿਭੂਤੀ ਹੈ, ਤੁਹਾਡਾ ਜਿਹੜੀ ਆ ਪ੍ਰਤਾਪ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ, ਬੇਨਤੀ ਹੈ। ਨਮਸਕਾਰ ਪੁਨ ਪੁਨ ਭਗਵੰਤਾ। ਹੇ ਭਗਵੰਤ ਰੂਪ, ਤੁਹਾਨੂੰ ਮੇਰੀ ਨਮਸਕਾਰ ਹੈ ਬਾਰ ਬਾਰ। ਜੋ ਜੇ ਬਰ ਦੇਨ ਭਏ ਅਨਕੂਲਾ। ਫਿਰ ਮੇਰੇ ਪਿਤਾ ਕਹਿਣ ਲੱਗੇ ਵੀ ਹੇ ਬ੍ਰਹਮਾ ਜੀ, ਜੇ ਤੁਸੀਂ ਵਰ ਦੇਣ ਲਈ ਮੇਰੇ ਅਨੁਕੂਲ ਅਨਸਾਰੀ ਹੋਏ ਹੀ ਹੋ। ਜੋ ਜਾਚੋਂ ਦੀਜੈ ਜਗ ਮੂਲਾ। ਇਹ ਜਗਤ ਦੇ ਮੁੱਢ ਕਾਰਨ ਰੂਪ ਜੋ ਮੈਂ ਮੰਗਦਾ ਉਹੀਓ ਦੇ ਦਿਓ ਅੱਜ ਮੈਨੂੰ। ਜਹ ਲਗ ਤਵ ਰਚਨਾ ਹੈ ਸਾਰੀ। ਉਹ ਕੀ ਵਾਰ ਦਿਓ ਵੀ ਮੈਂ ਪਹਿਲਾ ਵਾਰ ਮੰਗਦਾ ਵੀ ਜਿੱਥੇ ਤੱਕ ਸਾਰੀ ਤੁਹਾਡੀ ਰਚਨਾ ਹੈ, ਤੁਹਾਡੇ ਬਣਾਈ ਹੋਈ ਸ੍ਰਿਸ਼ਟੀ ਹੈ। ਕਿਹ ਠਾਮ ਰਿਤ ਨਾ ਹੋਏ ਹਮਾਰੀ। ਉਹ ਤੁਹਾਡੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਮੈਂ ਕਿਸੇ ਥਾਂ ਵੀ ਚਲਿਆ ਜਾਵਾਂ, ਉਸ ਥਾਂ ਮੇਰੀ ਮੌਤ ਨਾ ਹੋਵੇ, ਮੈਂ ਮਰਾਂ ਨਾ ਕਦੀ। ਅੰਤਰ ਵਹਿ ਦਿਨਸ ਪੁਨ ਰਾਤੀ। ਭਾਵੇਂ ਮੈਂ ਘਰ ਦੇ ਅੰਦਰ ਹੋਵਾਂ ਤਾਂ ਵੀ ਨਾ ਮਰਾਂ, ਬਾਹਰ ਹੋਵਾਂ ਘਰ ਦੇ ਤਾਂ ਵੀ ਨਾ ਮਰਾਂ, ਦਿਨ ਹੋਵੇ ਤਾਂ ਵੀ ਨਾ ਮਰਾਂ, ਰਾਤ ਹੋਵੇ ਤਾਂ ਵੀ ਨਾ ਮਰਾਂ। ਅਨੇਕ ਭਾਂਤ ਕੀ ਸ਼ਸਤਰਨ ਜਾਤੀ। ਹੇ ਬ੍ਰਹਮਾ ਜੀ, ਅਨੇਕਾਂ ਤਰ੍ਹਾਂ ਦੀ ਸ਼ਸਤਰਾਂ ਦੀ ਜਾਤੀ ਹੈ, ਬੜੇ ਤਰ੍ਹਾਂ ਦੇ ਸ਼ਸਤਰ ਹੈ, ਆ ਕਿਸੇ ਸ਼ਸਤਰ ਨਾਲ ਵੀ ਨਾ ਮੈਂ ਮਰਾਂ। ਛਿਤ ਆਕਾਸ਼ ਗਿਰ ਗਹਿਨ ਕਠੋਰਾ। ਛਿਤ ਜਿਹੜੀ ਧਰਤੀ ਹੈ, ਆਕਾਸ਼ ਹੈ, ਪਹਾੜ ਹੈ, ਫਿਰ ਪਹਾੜ ਦੀਆਂ ਕੰਦਰਾਂ ਇਤਿਆਦਿਕ ਹੋਰ ਜਿਹੜੇ ਬੜੇ ਸਖਤ ਸਥਾਨ ਹਨ। ਯਖ ਸੁਰਾਸੁਰ ਪੰਨਗ ਘੋਰਾ। ਜਿੱਥੇ ਯਖ ਦੇਵਤੇ ਰਹਿੰਦੇ, ਕਿਸਮ ਦੇ ਸੁਰ ਦੇਵਤੇ ਰਹਿੰਦੇ ਐ, ਅਸੁਰ ਦੈਂਤ ਰਹਿੰਦੇ ਐ, ਬੜੇ ਭਿਆਨਕ ਸੱਪ ਰਹਿੰਦੇ ਜਿੱਥੇ। ਇਨ ਤੇ ਕਬ ਨਾ ਹੋਏ ਮ੍ਰਿਤ ਮੇਰੀ। ਇਹਨਾਂ ਦੇ ਸਥਾਨਾਂ ਤੇ ਵੀ ਮੈਂ ਚਲਿਆ ਜਾਵਾਂ ਤੇ ਮੇਰੀ ਕਦੇ ਵੀ ਮੌਤ ਨਾ ਹੋਵੇ, ਕਦੀ ਨਾ ਮੈਂ ਮਰਾਂ ਇਹਨਾਂ ਕੋਲੋਂ ਵੀ। ਦੁੰਦ ਯੁੱਧ ਕੋ ਕਰੈ ਨਾ ਹੇਰੀ। ਹੇ ਬ੍ਰਹਮਾ ਜੀ, ਜਿੱਥੇ ਦੋ ਸੂਰਮੇ ਯੁੱਧ ਕਰਦੇ ਹੋਣ, ਉਹ ਯੁੱਧ ਨਾ ਕਰ ਸਕਣ, ਮੈਨੂੰ ਦੇਖ ਕੇ ਡਰ ਜਾਣ, ਭੱਜ ਤੁਰਨ। ਜੋ ਸਭ ਆਇਸ ਮਨ ਹੈ ਤੁਮਾਰੀ। ਜਿਵੇਂ ਸਾਰੇ ਲੋਕ ਹੀ ਤੁਹਾਡੀ ਆਗਿਆ ਮੰਨਦੇ ਐ, ਤਿਉ ਹੋਇਆ ਮਾਮਾ ਆਇਸ ਅਨਸਾਰੀ। ਤਿਵੇਂ ਹੀ ਮੇਰੀ ਹਰਨਾਕਸ਼ ਦੀ ਆਗਿਆ ਮੰਨਣ, ਸਾਰੇ ਮੇਰੀ ਆਗਿਆ ਵਿੱਚ ਹੋਣ, ਜੋ ਮੈਂ ਕਹਾਂ ਉਹੀ ਕਰਨ। ਏਕ ਰਾਜ ਅਵਨੀ ਪੈ ਕਰ ਹੂੰ। ਫਿਰ ਮੈਂ ਇਕੱਲਾ ਹੀ ਸਾਰੀ ਧਰਤੀ ਉੱਪਰ ਰਾਜ ਕਰਾਂ। ਸਕਲ ਬੈਰੀਅਨ ਛਿਨ ਮਹਿ ਹਰ ਹੂੰ। ਇਹ ਵੀ ਵਰ ਦੇ ਦਿਓ ਵੀ ਸਾਰੇ ਵੈਰੀਆਂ ਨੂੰ ਮੈਂ ਛਿਨ ਵਿੱਚ ਹੀ ਨਾਸ ਕਰ ਦਿਆਂ, ਵਿਸ਼ਨੂੰ ਵਰਗਿਆਂ ਨੂੰ। ਲੋਕਪਾਲ ਸਭ ਰਹਿ ਅਧੀਨਾ। ਲੋਕਾਂ ਨੂੰ ਪਾਲਣ ਵਾਲੇ ਜਿਹੜੇ ਰਾਜੇ ਐ, ਉਹ ਸਾਰੇ ਮੇਰੇ ਅਧੀਨ ਰਹਿਣ, ਜਾਂ ਲੋਕਪਾਲ ਜਿਹੜੇ ਦਿਗਪਾਲ, ਇੰਦਰ, ਯਮ, ਮਰਤ, ਕਾਰਨ, ਅਨੰਤ, ਬ੍ਰਹਮਾ, ਈਸ਼, ਇਹ ਵੀ ਮੇਰੇ ਅਧੀਨ ਹੀ ਰਹਿਣ ਸਾਰੇ। ਇਹ ਬਰ ਦੀਜੈ ਮੁਝੈ ਬਰਬੀਨਾ। ਇਹ ਜਿਹੜਾ ਵਰ ਹੈ ਮੈਨੂੰ ਅੰਤਰਜਾਮੀ ਬ੍ਰਹਮਾ ਜੀ ਦੇ ਦਿਓ ਜੀ। ਦੈਂਤ ਰਾਜ ਕੀ ਸੁਨ ਕਰ ਬਾਣੀ। ਹੇ ਭਾਈ ਬਾਲਾ, ਉਸ ਵੇਲੇ ਜੋ ਦੈਂਤਾਂ ਦਾ ਰਾਜਾ ਭਾ ਮੇਰਾ ਪਿਤਾ ਹਰਨਾਕਸ਼ ਹੈ, ਉਹਦੀ ਇਸ ਤਰ੍ਹਾਂ ਦੀ ਬਾਣੀ ਸੁਣ ਕੇ ਬੋਹਰੋ ਸਹਮਾ ਕਰ ਸਨਮਾਨੀ। ਬੋਲਿਓ ਬ੍ਰਹਮਾ, ਜਿਹੜਾ ਬ੍ਰਹਮਾ ਹੈ ਉਹ ਬੋਲਿਆ ਬੜਾ ਸਨਮਾਨ ਕਰਕੇ।
ਵਰ ਦੁਰਲਭ ਤੈ ਜਾਚਨ ਕੀਨੋ। ਉਹ ਕਿਹਾ ਹੈ ਵੀ ਹਰਨਾਕਸ਼ ਤੈਨੇ ਇਹ ਜਿਹੜਾ ਵਾਰ ਹੈ ਬੜਾ ਸਖਤ ਜਿਹਾ ਹੀ ਮੰਗ ਲਿਆ ਹੈ, ਜਿਹੜਾ ਨਾ ਲੱਭਣ ਯੋਗ ਹੀ ਵਰ ਮੰਗ ਲਿਆ ਹੈ ਤੂੰ। ਤਦਪ ਦੇਹੋ ਮੈਂ ਤਪ ਵੱਡ ਚੀਨੋ। ਫੇਰ ਵੀ ਤੇਰਾ ਕਠਨ ਤਪ ਜਾਣ ਕੇ ਤੈਨੂੰ ਮੈਂ ਵਰ ਦਿਆਂਗਾ ਇਹ ਜਿਹੜੇ ਨਹੀਂ ਵੀ ਦੇਣ ਵਾਲੇ। ਏਵ ਮਸਤਕ ਹੈ ਬ੍ਰਹਮਾ ਗਵਨਾ। ਉਸ ਵੇਲੇ ਭਾਈ ਬਾਲਾ ਜੀ ਏਵ ਮਸਤ ਭਾਵੀ ਇਸੇ ਤਰ੍ਹਾਂ ਹੀ ਹੋਵੇਗਾ ਹਰਨਾਕਸ਼ ਇਹ ਕਹਿ ਕੇ ਬ੍ਰਹਮਾ ਚਲਾ ਗਿਆ ਵੀ ਤਥਾ ਅਸਤੂ। ਪ੍ਰਾਪਤ ਭਇਓ ਆਪਨੇ ਭਵਨਾ। ਆਪਣਾ ਜਿਹੜਾ ਭਵਨ ਹੈ ਬ੍ਰਹਮਪੁਰੀ ਉਹਦੇ ਵਿੱਚ ਜਾ ਪ੍ਰਾਪਤ ਹੋਇਆ, ਉਹ ਚਲਾ ਗਿਆ। ਹਰਨਾਖਸ ਜਬ ਆਸ ਭਰ ਪਾਵਾ। ਇੱਧਰ ਮੇਰੇ ਪਿਤਾ ਜੀ ਨੇ ਜਦੋਂ ਇਸ ਤਰ੍ਹਾਂ ਦਾ ਵਰ ਪਾਇਆ, ਭਰਿਓ ਹਰਖ ਹਿਰਦੇ ਗਰਬਾਵਾ। ਬਹੁਤ ਖੁਸ਼ੀ ਨਾਲ ਭਰ ਗਿਆ ਹੈ ਤੇ ਹੰਕਾਰ ਬਹੁਤਾ ਹੀ ਭਰ ਆਇਆ, ਚੜ ਗਿਆ ਹੰਕਾਰ। ਸਿਮਰ ਭਰਾਤ ਬਦ ਭਾ ਔਰ ਕ੍ਰੋਧਾ। ਉਸ ਵੇਲੇ ਆਪਣੇ ਭਰਾ ਦੀ ਮੌਤ ਯਾਦ ਕਰਕੇ ਹਿਰਦੇ ਵਿੱਚ ਬਹੁਤ ਕ੍ਰੋਧ ਵਧਿਆ ਮੇਰੇ ਪਿਤਾ ਦੇ। ਸ੍ਰੀ ਵਿਸ਼ਨ ਸੰਗ ਕੀਨ ਵਿਰੋਧਾ। ਇਹ ਜਿਹੜਾ ਵਿਸ਼ਨੂੰ ਹੈ ਇਹਨੇ ਮੇਰਾ ਭਰਾ ਮਾਰਿਆ, ਸੂਰ ਦਾ ਅਵਤਾਰ ਧਾਰ ਕੇ ਵੈਰ ਵਿਰੋਧ ਕਰਕੇ ਪਹਿਲਾਂ ਇਹਨੂੰ ਹੀ ਮਾਰਾਂਗਾ ਮੈਂ। ਤੂਰਨ ਤੀਨਾ ਲੋਕ ਕੋ ਜੀਤਾ। ਇਸ ਤਰ੍ਹਾਂ ਵਾਰ ਪਾ ਕੇ ਬੜੀ ਛੇਤੀ ਨਾਲ ਹੀ ਹੇ ਭਾਈ ਬਾਲਾ ਮੇਰੇ ਪਿਤਾ ਜੀ ਨੇ ਤਿੰਨੇ ਲੋਕ ਜਿੱਤ ਲਏ। ਪਨਗ ਨਰ ਸੁਰ ਭੇ ਪੈ ਪੀਤਾ। ਜਿਹੜੇ ਸੱਪ ਹੈ ਸੱਪਾਂ ਦਾ ਲੋਕ ਹੈ, ਇਸੇ ਤਰ੍ਹਾਂ ਪੁਰਸ਼ ਦੁਨੀਆ ਦੇ ਲੋਕ ਦੇਵਤੇ ਦੈਂਤ ਸਾਰੇ ਭੈ ਪੀਤ ਹੋ ਗਏ, ਡਰ ਗਏ। ਸੁਰਗ ਵਿਖਾ ਕੀਨੋ ਨਿਜ ਬਾਸਾ। ਉਸ ਵੇਲੇ ਜਿਹੜਾ ਆਪਣਾ ਵਾਸਾ ਹੈ ਫਿਰ ਦੇਵਲੋਕ ਵਿੱਚ ਕਰ ਲਿਆ ਹਰਨਾਕਸ਼ ਨੇ। ਅਨੇਕ ਭਾਂਤ ਕੇ ਕਰਤ ਬਿਲਾਸਾ। ਜਿਸ ਦੇਵਲੋਕ ਵਿੱਚ ਅਨੇਕਾਂ ਤਰ੍ਹਾਂ ਦੇ ਫਿਰ ਆਨੰਦ ਕਰ ਲੱਗਾ, ਮੌਜਾਂ ਕਰ ਲੱਗਾ। ਸ਼ੀਰ ਫੇਨ ਸਮ ਸਹਿਜਾ ਤਹਵਾ। ਉਸ ਦੇਵਲੋਕ ਵਿੱਚ ਆ ਦੁੱਧ ਦੀ ਝੰਗ ਵਾਂਗ ਜਿੱਥੇ ਬੜੀਆਂ ਚਿੱਟੀਆਂ ਸੇਜਾਂ ਸਨ। ਆਦਮ ਰਾਗ ਕੇ ਆਸਨ ਜਹਵਾ। ਜਿੱਥੇ ਲਾਲ ਤੇ ਮਣੀਆਂ ਨਾਲ ਆਸਣ ਹੀ ਜੜੇ ਪਏ ਸਨ। ਮਰਕਤ ਮਨ ਭੂਰ ਚਿੱਤਰ ਸਹਾਈ। ਹਰੀਆਂ ਹਰੀਆਂ ਮਣੀਆਂ ਲੱਗੀਆਂ ਸਨ ਬਹੁਤ, ਤੇ ਚਿੱਤਰਕਾਰੀ ਹੋਈ ਸੀ ਸੋਭਨੀਕ ਦੇਵਲੋਕ ਵਿੱਚ। ਫਟਾ ਫਟਕ ਕੀ ਲਲਿਤ ਬਨਾਈ। ਜਿਹੜਾ ਹੈ ਅਟਾਰੀਆਂ ਉਹ ਫਟਕ ਕਈਏ ਬਲੌਰ ਦੇ ਕੱਚ ਦੀਆਂ ਬੜੀਆਂ ਸੁੰਦਰ ਬਣਾਈਆਂ ਹੋਈਆਂ ਸਨ। ਉੱਚੀਆਂ ਉੱਚੀਆਂ ਅਟਾਰੀਆਂ ਕੱਚ ਦੀਆਂ ਹੀ ਸਾਰੀਆਂ ਬਣੀਆਂ ਸਨ। ਵਿਵਿਧ ਬਚਿੱਤਰ ਤਨੇ ਬਤਿਨਾ। ਬਿਤਾਨਾ ਤਾਨਾ ਤਰ੍ਹਾਂ ਦੇ ਬਚਿੱਤਰ ਬੜੇ ਸੋਹਣੇ ਉਹ ਟਾਰੀਆਂ ਵਿੱਚ ਤਾਂ ਜਿਹੜੇ ਚੰਦੋਏ ਤਾਣੇ ਹੋਏ ਸੀ। ਮੁਕਤਨ ਕੀ ਝਾਲਰ ਬਿਦ ਨਾਨਾ। ਮੋਤੀਆਂ ਦੀਆਂ ਜਿਹੜੀਆਂ ਝਾਲਰਾਂ ਉਹ ਨਾਨਾ ਤਰ੍ਹਾਂ ਦੀਆਂ ਲਟਕਾਈਆਂ ਸਨ ਦਰਵਾਜ਼ਿਆਂ ਉੱਪਰ। ਵਿਦਰਮ ਮਨ ਜਟ ਬਣੀ ਸੋਪਾਨਾ। ਇਸੇ ਤਰ੍ਹਾਂ ਮੂੰਗਿਆਂ ਦੇ ਰਤਨ ਤੇ ਜਿਹੜੀਆਂ ਮਣੀਆਂ ਉਹੀ ਪੌੜੀਆਂ ਵਿੱਚ ਜੜੀਆਂ ਹੋਈਆਂ ਸਨ। ਪੌੜੀਆਂ ਵਿੱਚ ਮਣੀਆਂ ਬਿਦਰਮ ਜਿਹੜੇ ਮੂੰਗੇ ਰਤਨ ਉਹਨਾਂ ਨਾਲ ਇਹ ਪੌੜੀਆਂ ਜੜੀਆਂ ਹੋਈਆਂ ਸਨ, ਬਣੀਆਂ ਸਨ। ਥੰਬਨ ਸ਼ਬ ਨਹ ਜਾਤ ਬਖਾਨਾ। ਇਹ ਭਾਈ ਬਾਲਾ ਦੇਵਲੋਕ ਤੇ ਜਿਹੜੇ ਥੰਬ ਹੈ ਉਹਨਾਂ ਦੇ ਬਾਰੇ ਜਿਹੜੀ ਛਵੀ ਸੁੰਦਰਤਾ ਦੇ ਕਹੀ ਨਹੀਂ ਜਾ ਸਕਦੀ ਵੀ ਉਹਨਾਂ ਵਿੱਚ ਕਿੰਨੇ ਰਤਨ ਲਾਲ ਹੀ ਜੜੇ ਸਨ। ਚੰਦ ਬਦਨ ਜੇ ਦੇਵ ਬਧੂਟੀ। ਦੇਵਲੋਕ ਵਿੱਚ ਉਹਨਾਂ ਟਾਰੀਆਂ ਵਿੱਚ ਜਿਹੜੀਆਂ ਦੇਵਤਿਆਂ ਦੀਆਂ ਵਹੁਟੀਆਂ ਸਨ ਜਿਨ੍ਹਾਂ ਦੇ ਮੁਖ ਸਨ ਚੰਦਰਮਾ ਵਰਗੇ। ਜਿਨ੍ਹਾਂ ਸਭ ਜਗ ਕੀ ਉਪਮਾ ਲੂਟੀ। ਜਿਨ੍ਹਾਂ ਉਹ ਅਪਸਰਾ ਨੇ ਸਾਰੇ ਸੰਸਾਰ ਦੀ ਜਿਹੜੀ ਉਪਮਾ ਸੋਭਾ ਹੀ ਲੁੱਟੀ ਹੋਈ ਸੀ। ਅਸ ਪ੍ਰਕਾਰ ਸੁਖ ਸੁਰਗ ਅਪਾਰਾ। ਇਸ ਤਰ੍ਹਾਂ ਦਾ ਜਿਹੜਾ
ਦੇਵ ਲੋਕ ਦਾ ਸੁਖ ਹੈ ਬੇਅੰਤ। ਭੋਗਤ ਭਾਰ ਹੈ ਤਾਹੇ ਮਝਾਰਾ। ਮੇਰਾ ਪਿਤਾ ਹਰਨਾਕਸ਼ ਉਸ ਦੇਵ ਲੋਕ ਵਿੱਚ ਰਹਿ ਕੇ ਇਹ ਸੁਖ ਨੂੰ ਭੋਗਣ ਲੱਗਾ। ਜੀਤ ਲੋਕ ਪਤ ਸਗਰ ਜਬ ਹੀ। ਜਦੋਂ ਉਸਨੇ ਸਾਰੇ ਰਾਜੇ ਇੰਦਰ ਯਮ ਈਸ਼ ਕੁਬੇਰ ਅਨੰਤ ਕਰਨ ਮਰਤ ਇਹ ਸਾਰੇ ਜਿੱਤ ਲਏ। ਬੈਸਿਓ ਸਿੰਘਾਸਨ ਪਰ ਤਬ ਹੀ। ਉਸ ਵੇਲੇ ਜਿਹੜਾ ਆਪ ਸਿੰਘਾਸਣ ਉੱਪਰ ਸੱਜ ਕੇ ਬੈਠ ਗਿਆ। ਲੋਕਪਾਲ ਲੈ ਸਕਲ ਉਪਾਇਨਾ। ਸਾਰੇ ਜਿਹੜੇ ਦਿਗਪਾਲ ਹੈ ਰਾਜੇ ਹੈ ਭੇਟਾਂ ਲੈ ਲੈ ਕੇ ਆਉਣ ਲੱਗੇ। ਤਤ ਛਿਨਾ ਪੂਜਤ ਭੇ ਤਿਹ ਪਾਇਨਾ। ਮੇਰੇ ਪਿਤਾ ਦੇ ਚਰਨਾਂ ਨੂੰ ਬੜੀ ਛੇਤੀ ਆ ਕੇ ਪੂਜਣ ਲੱਗੇ, ਝੁਕਣ ਲੱਗੇ। ਬ੍ਰਹਮਾ ਵਿਸ਼ਨ ਬਹੀਨ ਗਰੀਸ਼ਾ। ਉਹ ਦਿਗਪਾਲਾਂ ਵਿੱਚੋਂ ਇੱਕ ਜੋ ਬ੍ਰਹਮਾ ਹੈ, ਇਸੇ ਤਰ੍ਹਾਂ ਵਿਸ਼ਨੂੰ ਤੇ ਜਿਹੜੇ ਹੈ ਸ਼ਿਵ ਜੀ ਇਹਨਾਂ ਤਿੰਨਾਂ ਦੇਵਤਿਆਂ ਤੋਂ ਬਿਨਾ ਔਰ ਲੋਕਪਤ ਨਾਵਹ ਸੀਸ। ਹੋਰ ਜਿੰਨੇ ਵੀ ਰਾਜੇ ਸਨ ਦਿਗਪਾਲ ਸਨ ਮੇਰੇ ਪਿਤਾ ਦੇ ਜਿਹੜੇ ਚਰਨਾਂ ਉੱਪਰ ਸੀਸ ਨਵਾਉਣ ਲੱਗੇ, ਝੁਕਣ ਲੱਗੇ, ਮੱਥੇ ਟੇਕਣ ਲੱਗੇ। ਉਗਰ ਰਾਜ ਕੀ ਫਿਰਤ ਨਦੇਸੂ। ਬਸ ਕੀ ਫਿਰ ਕੇ ਚਾਰ ਸ਼ਫੇਰੇ ਜਿਹੜੇ ਕਠਨ ਰਾਜ ਦੀ ਜਿਹੜੀ ਆਗਿਆ ਫਿਰਨ ਲੱਗੀ। ਕੰਪਤ ਸ਼ੱਕਰ ਦਨੇਸ਼ ਨਸ਼ੇਸੂ। ਸ਼ੱਕਰ ਜਿਹੜਾ ਇੰਦਰ ਹੈ, ਦਿਨ ਦਾ ਈਸ਼ ਜਿਹੜਾ ਸੂਰਜ ਹੈ, ਰਾਤ ਦਾ ਈਸ਼ ਜਿਹੜਾ ਚੰਦਰਮਾ, ਇਹ ਵੀ ਸਾਰੇ ਕੰਬਣ ਲੱਗੇ। ਏਕ ਵਾਰ ਜੋ ਬੋਵਹਿ ਖੇਤੀ। ਇੱਕ ਵਾਰ ਜਿਹੜੇ ਖੇਤੀ ਨੂੰ ਬੀਜ ਦਿੰਦੇ ਸਨ। ਲੁਨ ਹੈ ਅਨਕ ਵਿਰ ਹੋਇ ਪੁਨ ਤੇਤੀ। ਉਹਨੂੰ ਅਨੇਕਾਂ ਵਾਰ ਵੱਢ ਲੈਂਦੇ, ਫਿਰ ਉਸੇ ਤਰ੍ਹਾਂ ਹੀ ਹੋ ਜਾਂਦੀ। ਉਗਰ ਦੰਡ ਧਰਸ ਧਰ ਉਗਰ ਦੰਡ ਧਰ ਸਭ ਕੇ ਸੀਸਾ। ਇਸ ਤਰ੍ਹਾਂ ਜਿੰਨੇ ਵੀ ਦੇਵੀ ਦੇਵਤੇ ਮਨੁੱਖ ਸਨ ਸਾਰਿਆਂ ਦੇ ਸਿਰਾਂ ਉੱਪਰ ਕਠਣੀ ਜਿਹੜਾ ਡੰਡਾ ਧਾਰ ਕੇ ਬੜੀ ਤਾੜਨਾ ਸਾਸਨਾ ਕਰਕੇ ਸੁਰ ਬਿਆਕੁਲ ਪੇ ਸਹਤ ਸੁਰੀਸ਼ਾ। ਇੰਦਰ ਦੇ ਸਮੇਤ ਸਾਰੇ ਦੇਵਤੇ ਜਿਹੜੇ ਆ ਵਿਆਕਲ ਹੋ ਗਏ, ਘਬਰਾ ਗਏ। ਸਭ ਮਿਲ ਗਏ ਸ਼ਰਨ ਕਰਤਾਰਾ। ਫਿਰ ਜਦੋਂ ਕੋਈ ਚਾਰਾ ਨਾ ਰਿਹਾ, ਸਾਰੇ ਦੇਵਤੇ ਮਿਲ ਜੁਲ ਕੇ ਕਰਤਾਰ ਵਿਸ਼ਨੂੰ ਭਗਵਾਨ ਦੀ ਸ਼ਰਨ ਗਏ। ਬਹੁ ਪ੍ਰਕਾਰ ਕੋ ਸੁਜਸ ਉਚਾਰਾ। ਉੱਥੇ ਜਾ ਕੇ ਬਹੁਤ ਤਰ੍ਹਾਂ ਨਾਲ ਹੀ ਸ੍ਰੇਸ਼ਟ ਜਸ ਕਥਨ ਕੀਤਾ। ਪਾਰ ਬ੍ਰਹਮਾ ਗੁਣ ਨਿਧ ਭਗਵੰਤਾ। ਫਿਰ ਸਿਫਤ ਕਰਦੇ ਹੋਏ ਕਹਿਣ ਲੱਗੇ, ਹੇ ਪਾਰ ਬ੍ਰਹਮ ਗੁਣਾ ਦੇ ਖਜ਼ਾਨੇ ਖਟ ਭਗਾ ਸੰਪੰਨ ਭਗਵਾਨ। ਸ੍ਰੀ ਪਰਮੇਸ਼ਵਰ ਕਮਲਾ ਕੰਤਾ। ਇਹ ਸੋਭਾ ਵਾਲੇ ਪਰਮੇਸ਼ਰ ਲక్ష్ਮੀ ਦੇ ਮਾਲਕ। ਦੀਨ ਦਿਆਲ ਗੋਬਿੰਦ ਅਨੰਤਾ। ਗਰੀਬਾਂ ਤੇ ਦਿਆਲਤਾ ਕਰਨ ਵਾਲੇ, ਇੰਦਰੀਆਂ ਨੂੰ ਪ੍ਰਕਾਸ਼ਨ ਵਾਲੇ, ਅੰਤ ਤੋਂ ਰਹਿਤ ਬੇਅੰਤ ਜੀ। ਸੁਨਤ ਸ਼ਰਮਨ ਮੈਂ ਬਿਨਤੀ ਸੰਤਾ। ਇਹ ਸੰਤਾਂ ਦੀ ਕੰਨਾਂ ਵਿੱਚ ਬੇਨਤੀ ਸੁਣਨ ਵਾਲੇ ਭਗਵਾਨ। ਆਰਤ ਹਰਨਾ ਭਗਤ ਨਿਜ ਪਾਲਕ। ਦੁਖੀਆਂ ਦੇ ਦੁੱਖ ਨਾਸ ਕਰਨ ਵਾਲੇ, ਆਪਣੇ ਭਗਤਾਂ ਨੂੰ ਪਾਲਣ ਵਾਲੇ। ਦੁਖਦਾਈ ਦੁਸ਼ਟਨ ਕੋ ਕਾਲਕ। ਦੁੱਖ ਦੇਣ ਵਾਲੇ, ਦੁਸ਼ਟਾਂ ਨੂੰ ਨਾਸ ਕਰਨ ਵਾਲੇ ਜੀ। ਸਤ ਚਿਤ ਆਨੰਦ ਰੂਪ ਮੁਕੰਦਾ। ਇਹ ਮੁਕਤੀ ਦੇਣ ਵਾਲੇ, ਮੁਕਤੀ ਰੂਪ ਸਤ ਚੇਤਨ ਆਨੰਦ ਸਰੂਪ ਜੀ। ਨਮੋ ਨਮੋ ਤਬ ਪਗ ਸੁਖ ਕੰਦਾ। हे ਭਗਵਾਨ ਪਰਮੇਸ਼ਰ ਸੁੱਖਾਂ ਦੇ ਬੱਦਲ
ਸਾਡੀ ਦੇਵਤਿਆਂ ਦੀ ਤੇਰੇ ਚਰਨਾਂ ਉੱਪਰ ਨਮਸਕਾਰ ਹੈ, ਨਮਸਕਾਰ ਹੈ। ਹਰ ਹੋ ਪੀਰ ਹਮਾਰੀ ਜਗ ਸਾਈ। ਇਹ ਜਗਤ ਦੇ ਮਾਲਕ, ਸਾਡੀ ਜਿਹੜੀ ਪੀੜਾ ਉਹ ਤੁਸੀਂ ਦੂਰ ਕਰੋ, ਨਾਸ ਕਰੋ। ਹਨ ਹੋ ਦਾਤ ਸਭ ਹਨ ਸੁਖਦਾਈ। ਆ ਜਿਹੜਾ ਹਰਨਾਕਸ਼ ਦੈਂਤ ਸਾਰਿਆਂ ਨੂੰ ਦੁੱਖ ਦੇਣ ਵਾਲਾ ਹੋ ਰਿਹਾ, ਇਹਨੂੰ ਤੁਸੀਂ ਖਤਮ ਕਰੋ, ਨਾਸ ਕਰੋ ਜੀ। ਇਸ ਬਿਦ ਕੀ ਜਬ ਬਿਨਤੀ ਠਾਨੇ। ਭਾਈ ਬਾਲਾ, ਇਸ ਤਰ੍ਹਾਂ ਜਦੋਂ ਸਾਰੇ ਦੇਵਤਿਆਂ ਨੇ ਇਕੱਠਿਆਂ ਹੋ ਕੇ ਤੇ ਭਗਵਾਨ ਪਰਮੇਸ਼ਰ ਅੱਗੇ ਬੇਨਤੀ ਕੀਤੀ। ਭਾਈ ਗਗਨ ਤੇ ਅਮਰਨ, ਭਾਈ ਗਗਨ ਤੇ ਅਮਰਨ ਬਾਨੀ। ਉਸ ਵੇਲੇ ਆਕਾਸ਼ ਤੋਂ ਦੇਵਤਿਆਂ ਨੂੰ ਆਕਾਸ਼ਵਾਣੀ ਹੋਈ। ਜਿਨ ਭੈ ਤਰਹੁ ਚਿੰਤ ਕਰ ਹਾਨੀ। ਉਹ ਆਕਾਸ਼ਵਾਣੀ ਹੋਈ ਵੀ ਮਤਾ ਤੁਸੀਂ ਭੈ ਕਰੋ, ਜਿਹੜੀ ਇਹ ਚਿੰਤਾ ਨੂੰ ਦੂਰ ਕਰੋ, ਨਾਸ ਖਤਮ ਕਰ ਦਿਓ ਹੁਣ। ਦੈਤ ਦੁਸ਼ਟਤਾ ਮੈਂ ਸਭ ਜਾਣੇ। ਇਹ ਹਰਨਾਕਸ਼ ਦੈਂਤ ਦੀ ਜਿਹੜੀ ਦੁਸ਼ਟਤਾ ਈ ਉਹ ਮੈਂ ਸਾਰੀ ਜਾਣ ਲਈ, ਦੇਖ ਲਈ ਐ। ਸੁਤ ਇਸ ਕੋ ਹੋਇਆ ਹੈ ਸ਼ੁਭ ਸਾਧੂ। ਹੁਣ ਤੁਸੀਂ ਧੀਰਜ ਧਾਰੋ, ਥੋੜੇ ਸਮੇਂ ਬਾਅਦ ਹੀ ਇਹਦੇ ਘਰ ਇੱਕ ਪੁੱਤਰ ਹੋਵੇਗਾ, ਜਿਹੜਾ ਬੜਾ ਚੰਗੇ ਸੁਭਾਅ ਵਾਲਾ ਹੀ ਸਾਧੂ ਹੋਏਗਾ। ਕਰ ਵਿਰੋਧ ਤਿਹ ਬਿਨ ਅਪਰਾਧੂ। ਇਹ ਦੈਂਤ ਹਰਨਾਕਸ਼ ਉਹਦੇ ਨਾਲ ਬਿਨਾਂ ਗਨਾਈ ਐਵੇਂ ਵੈਰ ਵਿਰੋਧ ਕਰੇਗਾ। ਤਬ ਮੈਂ ਪ੍ਰਗਟ ਹੋਏ ਜਗ ਮਾਹੀ। ਜਦੋਂ ਬਿਨਾਂ ਗਨਾਈ ਆਪਣੇ ਪੁੱਤਰ ਨਾਲ ਇਹ ਵੈਰ ਕਰੇਗਾ, ਉਸ ਵੇਲੇ ਉਹਦੀ ਰੱਖਿਆ ਕਰਨ ਵਾਸਤੇ ਮੈਂ ਸੰਸਾਰ ਵਿੱਚ ਪ੍ਰਗਟ ਹੋਵਾਂਗਾ। ਤੂਰਨ ਹਨੋ ਨਾ ਛਾਡੋ ਤਾਹੀ। ਇਹ ਦੇਵਤਿਓ, ਮੈਂ ਉਸੇ ਬੜੀ ਛੇਤੀ ਨੂੰ ਮਾਰ ਦਿਆਂਗਾ, ਛੱਡਾਂਗਾ ਨਹੀਂ ਬਿਲਕੁਲ ਹਰਨਾਕਸ਼ ਨੂੰ। ਹੁਣ ਕਰ ਅਮਰ ਗਗਨ ਕੀ ਬਾਣੀ। ਉਸ ਵੇਲੇ ਸੁਣ ਕਰਕੇ ਦੇਵਤੇ ਆਕਾਸ਼ ਦੀ ਬਾਣੀ। ਸਿਰ ਨਿਵਾਏ ਕਰ ਬੰਧਨ ਠਾਨੇ। ਜਿਹੜੇ ਸਿਰ ਆਪਣੇ ਨਵਾਏ 33 ਕਰੋੜ ਦੇਵਤਿਆਂ ਨੇ ਤੇ ਨਮਸਕਾਰ ਕੀਤੀ ਹੈ। ਦੋਹਰਾ ਨਿਜ ਨਿਜ ਗਏ ਸਥਾਨ ਤਬ। ਉਸ ਵੇਲੇ ਸਿਰ ਨਵਾ ਕੇ ਆਪੋ ਆਪਣੀਆਂ ਪੁਰੀਆਂ ਦੇ ਸਥਾਨ ਤੇ ਚਲੇ ਗਏ ਐ। ਧਰ ਨਿਸ਼ਚੈ ਮਨ ਮਾਹੇ। ਮਨ ਵਿੱਚ ਪੱਕਾ ਹੀ ਭਰੋਸਾ ਧਾਰ ਕੇ ਜਾਣਿਓ ਹਨ ਹੈ ਦਤ ਅਬ। ਉਹਨਾਂ ਜਾਣ ਲਿਆ ਸਾਰੇ ਦੇਵਤਿਆਂ ਨੇ ਵੀ ਇਹ ਜਿਹੜਾ ਦੈਂਤ ਹਰਨਾਕਸ਼ ਹੋਣੇ ਖਤਮ ਹੋ ਹੀ ਜਾਣਾ, ਮਰ ਜਾਣਾ ਹੈ। ਕਸ਼ਟ ਨਸ਼ਟ ਹੋਇ ਜਾਹੇ। ਸਾਡੇ ਜਿਹੜੇ ਕਸ਼ਟ ਦੁੱਖ ਹੈ ਇਹ ਵੀ ਸਾਰੇ ਨਸ਼ਟ ਹੋ ਜਾਣਗੇ, ਖਤਮ ਹੋ ਜਾਣਗੇ ਜਿਸ ਦੇ ਮਰਨ ਨਾਲ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਪ੍ਰਹਲਾਦ ਪ੍ਰਸੰਗ ਵਰਣਨ ਨਾਮ 66ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 66 ਅਧਿਆਏ ਸਮਾਪਤ ਹੋ ਗਏ ਹਨ। ਦੋਹਰਾ ਸ੍ਰੀ ਗੁਰ ਪਗ ਸ਼ੋਭਾ ਬਿਮਲ। ਹੁਣ ਇੱਥੇ ਭਾਈ ਸੰਤੋਖ ਸਿੰਘ ਜੀ ਭਗਤ ਪ੍ਰਹਲਾਦ ਜੀ ਦਾ ਨਵਾਂ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਸੋਭਾ ਦਾ ਮੰਗਲ ਕਰ ਰਹੇ ਹੈ। ਉੱਤਮ ਭਗਤੇ ਦੀ ਨਿਆਈ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਏ ਕਹਿ ਰਹੇ ਕਿ ਹੇ ਮਨਾ, ਜਿਹੜੇ ਸੁਭਾਏਮਾਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ ਉਹਨਾਂ ਦੀ ਸੋਭਾ ਬੜੀ ਉਜਲ ਹੈ। ਕਰ ਔਰ ਕੋ ਅਲੰਕਾਰ। ਤੂੰ ਐਸੇ ਚਰਨਾਂ ਦੀ ਜਿਹੜੀ ਸੋਭਾ ਬੜੀ ਉਜਲ ਹੈ, ਉਹਨਾਂ ਨੂੰ ਆਪਣੇ ਹਿਰਦੇ ਦਾ ਗਹਿਣਾ ਬਣਾ ਲੈਣਾ ਕਰ। ਸ਼ੁਭ ਸੁੰਦਰਤਾ ਪਾਏ ਹੈ। ਜੇ ਤੂੰ ਇਹੋ ਜਿਹਾ ਕਰ ਲਏਗਾ, ਆਪਣੇ ਹਿਰਦੇ ਦਾ ਗਹਿਣਾ ਬਣਾ ਲਏਗਾ ਮਹਾਰਾਜ ਦੇ ਚਰਨਾਂ ਦੀ ਸੋਭਾ ਉਜਲ ਨੂੰ, ਤੇ ਉਹਦਾ ਫਲ ਤੈਨੂੰ ਕੀ ਹੋਏਗਾ? ਤੂੰ ਚੰਗੀ ਜਿਹੜੀ ਸੁੰਦਰਤਾ ਸੋਭਾ ਪਾਏਗਾ, ਭਾਗਾਂ ਭਰੀ। ਦੈ ਲੋਕਨ ਸਤਕਾਰ। ਫਿਰ ਇਹ ਮਨਾ, ਤੇਰਾ ਸਰੀਰ ਵਿੱਚ ਰਹਿੰਦਿਆਂ ਹੋਇਆ ਇੱਥੇ ਵੀ ਸਤਕਾਰ ਤੇ ਤੇਰਾ ਉਹ ਪਰਲੋਕ ਵਿੱਚ ਵੀ ਸਤਕਾਰ ਹੋਏਗਾ, ਦੋਵਾਂ ਲੋਕਾਂ ਵਿੱਚ ਸਤਕਾਰ ਹੋਏਗਾ। ਇਸੇ ਤਰ੍ਹਾਂ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਤਥਾ
ਅੰਦਰਲੇ ਜੀਵ ਆਤਮਾ ਨੂੰ ਸੰਬੋਧਨ ਕਰਦਿਆਂ ਹੋਇਆਂ ਵੀ ਹੇ ਜੀਵ ਆਤਮਾ, ਜਿਹੜੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੋਭਾ ਬੜੀ ਉੱਜਲ ਹੈ, ਇਹਨੂੰ ਤੂੰ ਆਪਣੇ ਹਿਰਦੇ ਦਾ ਗਹਿਣਾ ਕਰ ਲਾ, ਬਣਾ ਲਾ ਗਹਿਣਾ। ਤੂੰ ਚੰਗੀ ਸੋਭਾ ਪਾਏਗਾ ਤੇ ਦੋਵਾਂ ਲੋਕਾਂ ਵਿੱਚ ਹੀ ਸਤਿਕਾਰ, ਇੱਥੇ ਵੀ ਤੇਰਾ ਮਾਣ ਸਤਿਕਾਰ ਲੋਕ ਕਰਨਗੇ, ਉਹ ਪਰਲੋਕ ਵਿੱਚ ਵੀ ਤੈਨੂੰ ਜਿਹੜਾ ਕੋਈ ਤਾੜੇਗਾ ਨਹੀਂ, ਤੈਨੂੰ ਕੋਈ ਟੋਕੇਗਾ ਨਹੀਂ। ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸੁਭਦੇਵ, ਉੱਥੇ ਵੀ ਤੇਰਾ ਸਤਿਕਾਰ ਹੋਵੇਗਾ। ਅਰੇ ਅਰੇ ਰੇ ਰੇ ਨਹੀਂ ਤੈਨੂੰ ਕੋਈ ਕਹੇਗਾ ਵੀ ਉੱਠ ਇੱਥੋਂ। ਅਤੇ ਇਸੇ ਤਰ੍ਹਾਂ ਵੀ ਸਮਝ ਲੈਣਾ ਵੀ ਸਿੱਖ ਨੂੰ ਹੀ ਕਹਿ ਰਹੇ ਵੀ ਹੇ ਸਿੱਖਾ ਜਾਂ ਇਹ ਕਥਾ ਸੁਣਨ ਵਾਲੇ ਸਰੋਤਿਓ, ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨਾਂ ਦੀ ਸੋਭਾ ਬੜੀ ਉੱਜਲ ਹੈ, ਅਤੇ ਇਹਨਾਂ ਨੂੰ ਇਹ ਜਿਹੜੀ ਐਸੀ ਸੋਭਾ ਉੱਜਲ ਹੈ, ਇਹਨੂੰ ਹੇ ਸਿੱਖਾ, ਹੇ ਸਰੋਤੇ ਕਥਾ ਸੁਣਨ ਵਾਲੇ, ਆਪਣੇ ਹਿਰਦੇ ਦਾ ਤੂੰ ਗਹਿਣਾ ਬਣਾ ਲੈਣਾ ਕਰ, ਅਤੇ ਜਿਸ ਕਰਕੇ ਤੂੰ ਸੁੰਦਰਤਾ ਪਾਏਗਾ, ਸੋਭਾ ਪਾਏਗਾ ਚੰਗੀ, ਦੋਵਾਂ ਲੋਕਾਂ ਵਿੱਚ ਹੀ ਤੇਰਾ ਸਤਿਕਾਰ ਹੋਏਗਾ, ਤੈਨੂੰ ਬਹਿ ਜਾ ਖਲੋ ਜਾ ਕਹਿਣਗੇ। ਇੱਥੇ ਵੀ ਤੇਰਾ ਮਾਣ, ਉਸ ਪਰਮੇਸ਼ਰ ਵਿੱਚ ਵੀ ਤੇਰਾ ਮਾਣ, ਇੱਥੇ ਉੱਥੇ ਰਖਵਾਲਾ ਗੁਰੂ ਪਰਮੇਸ਼ਰ ਹੋਏਗਾ ਤੇਰਾ, ਤੇਰੀ ਸੋਭਾ ਹੋਏਗੀ, ਮਾਣ ਸਤਿਕਾਰ ਪਾਏਗਾ। ਇਸੇ ਤਰ੍ਹਾਂ ਚਾਰ ਤਰ੍ਹਾਂ ਨਾਲ ਹੀ ਅਰਥ ਲੱਗ ਜਾਂਦਾ, ਮਨ ਰਾਹੀਂ ਵੀ, ਜੀਵ ਆਤਮਾ ਰਾਹੀਂ ਵੀ, ਸਿੱਖ ਦੇ ਰਾਹੀਂ ਵੀ, ਅਤੇ ਸਰੋਤੇ ਜਾਂਦੇ ਰਾਹੀਂ ਵੀ। ਸ੍ਰੀ ਬਾਲਾ ਸੰਦਰਵਾਚ ਚੌਪਈ, ਸੁਨਾ ਗੁਰੂ ਅੰਗਦ ਸੁਖ ਰਾਸਾ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਸੁੱਖਾਂ ਦੀ ਰਾਸ, ਸੁੱਖਾਂ ਦੇ ਖਜ਼ਾਨੇ ਸਤਿਗੁਰੂ ਜੀ, ਅੱਗੇ ਵੀ ਕਥਾ ਸੁਣੋ ਭਗਤ ਮਹਾਰਾਜ ਜੀ ਦੀ। ਕੌਣ ਪ੍ਰਹਲਾਦ ਕਹਿਤ ਇਤਿਹਾਸਾ। ਇਹ ਜੋ ਭਗਤ ਪ੍ਰਹਲਾਦ ਸਨ, ਉਹ ਮੈਨੂੰ ਜਿਹੜਾ ਆਪਣਾ ਇਤਿਹਾਸ ਇਸ ਤਰ੍ਹਾਂ ਕਹਿ ਰਹੇ ਸਨ, ਸੁਣਾ ਰਹੇ ਸੀ। ਮੁਝ ਸਮੇਤ ਜਨਮੇ ਸੁਤ ਚਾਰਾ। ਇਤਿਹਾਸ ਸੁਣਾਉਂਦਿਆਂ ਹੋਇਆ ਭਗਤ ਪ੍ਰਹਲਾਦ ਜੀ ਨੇ ਮੈਨੂੰ ਕਿਹਾ ਕਿ ਹੇ ਭਾਈ ਬਾਲਾ ਜੀ, ਉਸ ਵੇਲੇ ਮੇਰੇ ਪਿਤਾ ਹਰਨਾਕਸ਼ ਦੇ ਘਰ ਵਿੱਚ ਮੇਰੇ ਸਮੇਤ, ਮੇਰੀ ਮਾਤਾ ਦਾ ਨਾਮ ਕਿਆਦੂ ਸੀ, ਅਤੇ ਮਾਤਾ ਕਿਆਦੂ ਦੀ ਉਦਰ ਤੋਂ ਪਿਤਾ ਹਰਨਾਕਸ਼ ਦੇ ਗ੍ਰਹਿ ਵਿਖੇ ਮੇਰੇ ਸਮੇਤ ਅਸੀਂ ਜਿਹੜੇ ਹੈ 4 ਭਰਾ ਹੋਏ। 4 ਮੇਰੇ ਪਿਤਾ ਦੇ ਘਰ ਜਿਹੜੇ ਹੈ ਪੁੱਤਰ ਪੈਦਾ ਹੋਏ। ਪਹਿਲੇ ਜਿਹੜਾ ਮੈਂ ਭਗਤ ਪ੍ਰਹਲਾਦ ਹੋਇਆ, ਦੂਸਰਾ ਅਹਿਲਾਦ, ਤੀਸਰਾ ਸਹਿਲਾਦ, ਚੌਥਾ ਹੈਲਾਦ। ਇਵੇਂ ਅਸੀਂ 4 ਪੁੱਤਰਾਂ ਦੇ ਸਮੇਤ ਪੈਦਾ ਹੋਏ। ਕੰਚਨ ਵਾਪ ਪਾ ਹਰਖ ਅਪਾਰਾ। ਜਦੋਂ ਅਸੀਂ 4 ਪੁੱਤਰ ਪੈਦਾ ਹੋਏ ਤੇ ਮੇਰਾ ਜੋ ਪਿਤਾ ਸੋਨੇ ਦੀ ਦੇਹ ਵਾਲਾ, ਕੰਚਨ ਕਹੀਏ ਸੋਨੇ ਦੀ ਸਰੀਰ ਵਾਲਾ, ਤੇ ਉਹ ਬਹੁਤ ਪ੍ਰਸੰਨ ਹੋਇਆ। ਮੋਹ ਪਰ ਕਰੁਣਾ ਨਾਰਦ ਕੀਨੀ। ਤੇ ਮੇਰੇ ਉੱਪਰ ਤੇ ਜਦੋਂ ਮੈਂ, ਹੇ ਭਾਈ ਬਾਲਾ, ਆਪਣੇ ਮਾਤਾ ਦੇ ਪੇਟ ਵਿੱਚ ਸਾਂ, ਉਸ ਵੇਲੇ ਨਾਰਦ ਭਗਤ ਜੀ ਨੇ ਕਿਰਪਾ ਕਰ ਦਿੱਤੀ ਸੀ। ਉਹ ਪੁਰਾਣਾ ਵਿੱਚ ਕਥਾ ਇਵੇਂ ਆਉਂਦੀ ਹੈ ਕਿ ਜਿਸ ਵੇਲੇ ਹਰਨਾਕਸ਼ ਤਪ ਕਰਨ ਚਲਾ ਗਿਆ, ਉਸ ਵੇਲੇ ਇੰਦਰ ਨੂੰ ਜਿਹੜਾ ਪਤਾ ਲੱਗਾ ਵੀ ਹਰਨਾਕਸ਼ ਤਪ ਕਰਨ ਚਲਾ ਗਿਆ ਹੈ, ਤੇ ਇਸ ਨੇ ਜਿਹੜੀ ਇਹ ਦੈਂਤਾਂ ਦੀ ਰਾਜਧਾਨੀ ਸੀ ਮੁਲਤਾਨ ਸ਼ਹਿਰ, ਮੁਲਤਾਨ ਦੀ ਰਾਜਧਾਨੀ ਤੇ ਰਾਜ ਕਰਦੇ ਸੀ ਇਹ ਹਰਨਾਕਸ਼ ਦੈਂਤ ਹੋਣੀ। ਇੰਦਰ ਨੂੰ ਪਤਾ ਲੱਗਣੇ ਕਰਕੇ ਤੇ ਇਹਨੇ ਆਪਣੇ ਦੇਵਤੇ ਸੈਨਾ ਲੈ ਕੇ ਤੇ ਉੱਥੇ ਹਮਲਾ ਕਰ ਦਿੱਤਾ, ਧਾਵਾ ਬੋਲ ਦਿੱਤਾ ਮੁਲਤਾਨ ਉੱਪਰ। ਸਾਰੇ ਜਿਹੜੇ ਦੈਂਤ ਫਿਰ ਭੱਜ ਤੁਰੇ। ਤੇ ਉਸ ਵੇਲੇ ਜੋ ਭਗਤ ਪ੍ਰਹਲਾਦ ਸਨ, ਆਪਣੇ ਮਾਤਾ ਦੇ ਪੇਟ ਵਿੱਚ ਹੀ ਸਨ, ਤੇ ਜਿਹੜਾ ਇੰਦਰ ਹੈ ਭਗਤ ਜੀ ਦੇ ਮਾਤਾ, ਜਿਨ੍ਹਾਂ ਦਾ ਨਾਮ ਕਿਆਦੂ ਸੀ, ਉਹਨਾਂ ਨੂੰ ਫੜ ਕੇ ਲੈ ਕੇ ਤੁਰ ਪਿਆ ਵੀ ਜੇ
ਹਰਨਾਕਸ਼ ਦੈਂਤ ਇਸ ਤਰ੍ਹਾਂ ਹੋਇਆ ਤੇ ਆ ਜਿਹੜਾ ਪੇਟ ਵਿੱਚ ਉਹਦਾ ਬੱਚਾ ਵੀ ਇਸੇ ਤਰ੍ਹਾਂ ਕੱਲ ਨੂੰ ਹੋਏਗਾ, ਤੇ ਇਹਨੂੰ ਕਿਉਂ ਨਾ ਮੈਂ ਮਾਰ ਦੇਵਾਂ ਪਹਿਲਾਂ ਹੀ। ਜਦੋਂ ਲੈ ਕੇ ਜਾ ਰਿਹਾ ਸੀ ਤੇ ਅਗਲੇ ਪਾਸਿਓਂ ਨਾਰਦ ਮੁਨੀ ਜੀ ਮਿਲ ਗਏ। ਕਹਿੰਦੇ ਵੀ ਇੰਦਰ ਆ ਇਸਤਰੀ ਲੈ ਕੇ ਚਲਾ ਜਾ ਰਿਹਾ ਵੀ ਇਹ ਕਿੱਧਰ? ਕਹਿੰਦਾ ਵੀ ਉਹ ਹਰਨਾਕਸ਼ ਦੇ ਮਦਰਾਂਚਲ ਪਹਾੜ ਦੀ ਚੋਟੀ 'ਤੇ ਤਪ ਕਰਨ ਗਿਆ ਹੈ, ਸਾਨੂੰ ਪਤਾ ਲੱਗਾ ਸੀ ਤੇ ਹੁਣ ਇੱਧਰ ਅਸਾਂ ਨੇ ਧਾਵਾ ਬੋਲ ਦਿੱਤਾ, ਸਾਰੇ ਦੈਂਤ ਜਿਹੜੇ ਫਤਿਹ ਕਰ ਲਏ, ਜਿੱਤ ਲਈ ਮਲਤਾਨਪੁਰੀ। ਤੇ ਆਹ ਹਰਨਾਕਸ਼ ਦੀ ਘਰਵਾਲੀ ਹੈ ਪਵਾੜੇ ਦੀ ਜੜ, ਇਹਦੇ ਪੇਟ ਵਿੱਚ ਬੱਚਾ ਹਰਨਾਕਸ਼ ਦਾ, ਤੇ ਉਹ ਜੇ ਕੱਲ ਨੂੰ ਪੈਦਾ ਹੋਇਆ ਤੇ ਕੱਲ ਨੂੰ ਉਹ ਵੀ ਸਾਨੂੰ ਤੰਗ ਕਰੂਗਾ, ਪਰੇਸ਼ਾਨ ਕਰੂਗਾ, ਤੇ ਅਸੀਂ ਇਹਨੂੰ ਜਿਹੜਾ ਮਾਰ ਦੇਣਾ ਪੈਦਾ ਹੁੰਦੇ ਹਾਂ। ਉਸ ਵੇਲੇ ਨਾਰਦ ਮੁਨੀ ਜੀ ਬੋਲੇ ਵੀ ਹੇ ਇੰਦਰ, ਇਹ ਜਿਹੜਾ ਬੱਚਾ ਇਸ ਦੇ ਪੇਟੋਂ ਪੈਦਾ ਹੋਣਾ ਇਹਨੂੰ ਕੋਈ ਨਹੀਂ ਮਾਰ ਸਕੇਗਾ, ਨਾ ਤੂੰ ਮਾਰ ਸਕੇਗਾ, ਨਾ ਅਸੀਂ ਮਾਰ ਸਕਾਂਗੇ, ਨਾ ਇਹਦਾ ਪਿਓ ਤੇ ਨਾ ਇਤਿਆਦਿਕ ਹੋਰ ਕੋਈ। ਇਹਦੇ ਕਰਕੇ ਤੇ ਇਹਦੇ ਪਿਓ ਦਾ ਵੱਧ ਹੋਣਾ ਹੈ, ਉਹਦਾ ਖਾਤਮਾ ਹੋਣਾ ਹੈ, ਹੋਰ ਕਈ ਜਿਹੜੇ ਦੈਂਤ ਖਤਮ ਹੋਣੇ ਆ, ਤੇ ਇਹਨਾਂ ਨੂੰ ਨਹੀਂ ਤੂੰ ਮਾਰ ਸਕੇਗਾ। ਇਹ ਤੇ ਬੜੇ ਪਰਮੇਸ਼ਰ ਭਗਵਾਨ ਦੀ ਭਗਤੀ ਵਾਲਾ ਪੈਦਾ ਹੋਣਾ ਹੈ ਪੁੱਤਰ। ਫਿਰ ਇਹ ਸੁਣ ਕੇ ਇੰਦਰ ਨੇ ਵੀ ਪਰਮੇਸ਼ਰ ਦੀ ਭਗਤੀ ਵਾਲਾ ਪ੍ਰਗਟ ਹੋਣਾ ਹੈ ਪੁੱਤਰ, ਤੇ ਉਹ ਛੱਡ ਦਿੱਤਾ। ਤੇ ਨਾਰਦ ਮੁਨੀ ਜੀ ਭਗਤ ਮਹਾਰਾਜ ਜੀ ਦੇ ਮਾਤਾ ਜੀ ਨੂੰ ਲੈ ਕਰਕੇ ਤੇ ਆਸ਼ਰਮ ਮੁਨੀਆਂ ਦੇ ਵਿੱਚ ਆ ਗਏ। ਫਿਰ ਉੱਥੇ ਜਿਹੜੇ ਮੁਨੀ ਲੋਕ ਉਹ ਬ੍ਰਹਮ ਗਿਆਨ ਦੀਆਂ ਪਰਮੇਸ਼ਰ ਦੀਆਂ ਸਾਖੀਆਂ ਸੁਣਾਇਆ ਕਰਦੇ, ਜਿਹਦਾ ਅਸਰ ਭਗਤ ਜੀ ਨੂੰ ਪੇਟ ਵਿੱਚ ਹੀ ਜਾ ਕੇ ਹੋਇਆ। ਤੇ ਇੱਕ ਦਿਨ ਨਾਰਦ ਮੁਨੀ ਜੀ ਨੇ ਆ ਕੇ ਉੱਥੇ ਭਗਤ ਜੀ ਦੇ ਮਾਤਾ ਕਿਆਦੂ ਜੀ ਨੂੰ ਕਿਹਾ ਵੀ ਤੁਸੀਂ ਇਹ ਮੰਤਰ ਦਾ ਜਾਪ ਕਰਿਆ ਕਰੋ, ਓਮ ਨਮੋ ਸ੍ਰੀ ਭਗਵਤੇ ਵਾਸੁਦੇਵਾਏ, ਇਹ ਮੰਤਰ ਜਪਿਆ ਕਰੋ। ਤੇ ਉਸ ਵੇਲੇ ਇਹ ਮਾਤਾ ਇਹਨਾਂ ਦੇ ਬਹੁਤ ਭਗਤੀ ਕਰਿਆ ਕਰਦੇ, ਜਿਸ ਕਰਕੇ ਭਗਤ ਪ੍ਰਹਲਾਦ ਜੀ ਦੇ ਅਸਰ ਉਹੀ ਹੋਣਾ ਸੀ ਪੇਟ ਵਿੱਚ ਰਹਿੰਦਿਆਂ ਹੋਇਆਂ ਹੀ। ਫਿਰ ਆਸ਼ਰਮ ਵਿੱਚ ਹੀ ਭਗਤ ਪ੍ਰਹਲਾਦ ਜੀ ਦਾ ਜਿਹੜਾ ਜਨਮ ਹੋਇਆ, ਉੱਥੇ ਪੈਦਾ ਹੋਏ। ਤੇ ਜਿਸ ਕਰਕੇ ਇੱਥੇ ਉਹ ਪੂਰਾ ਪ੍ਰਮਾਣ ਨਹੀਂ ਆਇਆ, ਟੂਕ ਮਾਤਰ ਹੀ ਕਵੀ ਜੀ ਨੇ ਦਿੱਤਾ ਹੈ, ਇਸ਼ਾਰਾ ਕਰਦੇ ਹੋਏ ਕਹਿ ਰਹੇ ਵੀ ਹੇ ਭਾਈ ਬਾਲਾ ਜੀ, ਮੇਰੇ ਉੱਪਰ ਤੇ ਜਿਹੜੇ ਭਗਤ ਨਾਰਦ ਜੀ ਹੈ ਉਹਨਾਂ ਨੇ ਮਾਤਾ ਦੇ ਪੇਟ ਵਿੱਚ ਰਹਿੰਦਿਆਂ ਹੋਏ ਮੇਰੇ ਉੱਪਰ ਕਿਰਪਾ ਕਰ ਦਿੱਤੀ ਸੀ। ਫਿਰ ਉੱਥੇ ਹੀ ਆਸ਼ਰਮ ਵਿੱਚ ਹੀ ਮੇਰੀ ਉਤਪਤੀ ਹੋਈ ਸੀ। ਸਦਾ ਭਗਤ ਮਹਿ ਮਤ ਰਹਿ ਭੀਨੀ, ਜਿਸ ਉਹ ਭਗਤੀ ਭਾਵਨਾ ਕਰਕੇ ਮੇਰੀ ਜਿਹੜੀ ਅਕਲ ਮਤ ਹੈ, ਬੁੱਧੀ ਹੈ, ਹਮੇਸ਼ਾ ਹੀ ਪਰਮੇਸ਼ਰ ਭਗਵਾਨ ਦੀ ਭਗਤੀ ਵਿੱਚ ਹੀ ਭਿੱਜੀ ਰਹਿੰਦੀ ਸੀ। ਬਾਲ ਵੈਸ ਤੇ ਕਰੀੜਾ ਤਿਆਗੀ, ਮੇਰੀ ਉਮਰ ਭਾਵੇਂ ਛੋਟੀ ਸੀ, ਬੱਚਿਆਂ ਵਾਲੀ ਉਮਰ ਵਿੱਚ ਵੀ ਜਿਹੜੀ ਕੋਈ ਖੇਡ ਖੇਡਦੇ ਬੱਚੇ ਉਹ ਮੈਂ ਛੱਡ ਦਿੱਤੀ ਸੀ। ਹਰ ਕੇ ਚਰਨ ਕਮਲ ਮਤ ਪਾਗੀ, ਬਸ ਹਰੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਹੀ ਮੇਰੀ ਅਕਲ ਮਤ ਭਿੱਜੀ ਲੱਗੀ ਹੋਈ ਸੀ ਹਰ ਵਕਤ। ਬੈਠਤ ਉਠਤ ਸੋਵਤ ਜਾਗਤ, ਜਦੋਂ ਮੈਂ ਚੌਂਕੜਾ ਮਾਰ ਕੇ ਬੈਠਦਾ, ਇਸੇ ਤਰ੍ਹਾਂ ਉੱਠ ਕੇ ਖੜਾ ਹੋ ਜਾਂਦਾ, ਤੇ ਜਾਂ ਸੌਂਦਾ ਜਾਂ ਜਾਗਦਾ। ਸਿਮਰਨ ਨਾਮ ਬਿਖੈ ਅਨੁਰਾਗਤ, ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਹੀ ਹਰ ਵੇਲੇ ਪ੍ਰੇਮ ਲੱਗਾ ਰਹਿੰਦਾ ਮੇਰਾ, ਮੈਂ ਪ੍ਰੇਮ ਕਰਦਾ। ਚਿੰਤਾ ਚਿਤਵ ਚਰਨ ਪ੍ਰਭ ਕਬਹੀ, ਕਦੀ ਕਦੀ ਦੇ ਪਰਮੇਸ਼ਰ ਦੇ ਚਰਨਾਂ ਵਿੱਚ ਵੀ ਉਹਦੀ ਪ੍ਰਾਪਤੀ ਕਿਵੇਂ ਹੋਵੇ, ਚਿੰਤਾ ਜੀ ਕਰਕੇ ਸੋਚਦਾ ਰਹਿੰਦਾ, ਚਿਤਵਦਾ ਰਹਿੰਦਾ ਵੀ ਉਹ ਕਿਵੇਂ ਮੇਰਾ ਪ੍ਰੇਮ ਵਧੇ। ਰੋਦਨ ਹਿਰਦੇ ਉਮੰਗਤ ਤਬਹੀ, ਉਸ ਵੇਲੇ ਜਦੋਂ ਹਿਰਦੇ ਵਿੱਚ ਉਛਾਲ ਜਿਹਾ ਪ੍ਰੇਮ ਦਾ ਉੱਠਦਾ, ਮੈਂ ਵਿਰਾਗ ਵਿੱਚ ਆ ਕੇ ਰੋਣ ਲੱਗ ਪੈਂਦਾ। ਕਬ ਚਿੰਤਾ ਤਜ ਗੁਣਨ ਸਿਮਰ ਕੈ, ਕਦੀ ਤੇ ਚਿੰਤਾ ਛੱਡ ਕੇ ਤੇ ਉਹ ਭਗਵਾਨ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰਕੇ ਹਸਤ ਪਇਓ ਔਰ ਹਰਖ ਸੋ ਧਰ ਕੈ, ਹਿਰਦੇ ਵਿੱਚ ਬੜੀ ਖੁਸ਼ੀ ਧਾਰ ਕੇ ਉੱਚੀ ਉੱਚੀ ਹੱਸਣ ਲੱਗ ਪੈਂਦਾ ਝੱਲਿਆਂ ਵਾਂਗ। ਕਬ ਊਚੇ ਸੁਰ ਸੋ ਗੁਣ ਗਾਉ, ਭਾਈ ਬਾਲਾ ਮੈਂ ਛੋਟਾ ਹੁੰਦਾ ਹੋਇਆ ਵੀ ਕਦੀ ਤੇ
ਉੱਚੀ ਉੱਚੀ ਆਵਾਜ਼ ਵਿੱਚ ਹੀ ਗੁਣ ਗਾਉਣ ਲੱਗ ਪੈਂਦਾ ਮਾਲਕ ਦੇ। ਕਬ ਨਾਚੋਂ ਹੋਇ ਲਾਜ ਨਾ ਕਾਊ। ਕਦੀ ਮੈਂ ਲੋਕਾਂ ਦੀ ਲੱਜਿਆ ਸ਼ਰਮ ਛੱਡ ਕੇ ਨੱਚਣ ਲੱਗ ਪੈਂਦਾ ਵੀ ਲੋਕ ਕੀ ਕਹਿਣਗੇ, ਪ੍ਰਹਲਾਦ ਕਮਲਾ ਹੋ ਗਿਆ ਹੈ। ਮੈਂ ਨੱਚਣ ਲੱਗ ਪੈਂਦਾ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ। ਕਬ ਤੂਸ਼ਨ ਕਰ ਧਾਰੋਂ ਧਿਆਨਾ। ਕਦੀ ਤੇ ਚੁੱਪ ਧਾਰ ਲੈਂਦਾ ਤੇ ਧਿਆਨ ਧਾਰ ਲੈਂਦਾ ਉਸ ਮਾਲਕ ਦਾ। ਲੋਚਨ ਤੇ ਜਲ ਧਾਰ ਚਲਾਨਾ। ਜਦੋਂ ਧਿਆਨ ਧਰਦਾ ਐਸਾ ਵਿਰਾਗ ਹੁੰਦਾ, ਮੇਰੇ ਨੇਤਰਾਂ ਵਿੱਚੋਂ ਜਲ ਦੀਆਂ ਧਾਰਾਂ ਹੀ ਛੁੱਟ ਪੈਂਦੀਆਂ, ਅਥਰੂ ਡਿੱਗਦੇ ਧਰਤੀ ਉੱਪਰ। ਨਿਹ ਕਿੰਚਨ ਏਕਾ ਲਿਵ ਲਾਗੀ। ਇਹ ਭਾਈ ਬਾਲਾ ਮੇਰੇ ਮਨ ਦੀ ਜਿਹੜੀ ਬਿਰਤੀ ਦੀ ਨਾ ਲਿਵ ਇੱਕ ਪਰਮੇਸ਼ਰ ਵਿੱਚ ਇੱਛਤੀ ਲੱਗ ਗਈ। ਹਰ ਵਕਤ ਹੀ ਉਹ ਰਾਮ ਰਾਮ ਹੀ ਮੁਖ ਤੇ ਰਹਿ ਗਿਆ। ਨੀਂਦ ਭੂਖ ਜਾਂ ਤੇ ਸਭ ਭਾਗੀ। ਜਿਸ ਭਗਤੀ ਦੇ ਪ੍ਰਤਾਪ ਕਰਕੇ ਮੇਰੀ ਤੇ ਨੀਂਦ ਬਹੁਤੀ ਉਹ ਵੀ ਉੱਡ ਗਈ, ਭੁੱਖ ਵੀ ਜਿਹੜੀ ਭੱਜ ਗਈ, ਨੀਂਦ ਵੀ ਥੋੜੀ, ਭੁੱਖ ਵੀ ਥੋੜੀ, ਅਲਪ ਆਹਾਰ ਸੁਲਭ ਸੀ ਨਿੰਦਰਾਈ ਹੋ ਗਈ। ਰੱਬ ਪਦ ਪੰਕਜ ਪ੍ਰੇਮ ਅਪਾਰਾ। ਬਸ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਹੀ ਮੇਰਾ ਬੇਅੰਤ ਪ੍ਰੇਮ ਲੱਗਾ ਰਹਿੰਦਾ। ਜਾਗ ਰਹਿਓ ਮਨ ਸਾਂਝ ਸਕਾਰਾ। ਭਾਵੇਂ ਸ਼ਾਮ ਹੋਵੇ ਭਾਵੇਂ ਸਵੇਰ ਹੋਵੇ, ਮੇਰਾ ਮਨ ਧਿਆਨ ਵਿੱਚ ਹੀ ਜਗਿਆ ਰਹਿੰਦਾ। ਜਗ ਵਿਵਹਾਰ ਨਾ ਭਾਵਤ ਕੋ। ਭਾਈ ਬਾਲਾ ਜਿਹੜੇ ਸੰਸਾਰ ਦੇ ਵਿਹਾਰ ਹੈ, ਕੰਮ ਕਾਜ ਲੈਣ ਦੇਣੇ ਮੈਨੂੰ ਚੰਗੇ ਹੀ ਨਾ ਲੱਗਦੇ। ਬਾਲਕ ਖੇਲ ਤਜਿਓ ਥੋਜੋ। ਜਿਹੜੀ ਬਾਲਕਾਂ ਵਾਲੀ ਖੇਡ ਹੈ ਵੀ ਖੇਡਣਾ ਖੇਡ ਉਮਰ ਵਿੱਚ, ਉਹ ਤੇ ਮੈਂ ਛੱਡ ਹੀ ਦਿੱਤਾ ਸੀ। ਇਸ ਪ੍ਰਕਾਰ ਬੀਤਾ ਕੁਛ ਕਾਲਾ। ਇਸ ਤਰ੍ਹਾਂ ਕਰਦਿਆਂ ਹੀ ਰੰਗ ਵਿੱਚ ਰੰਗਿਆ ਹੋਇਆਂ ਹੀ ਜਦੋਂ ਮੈਨੂੰ ਕੁਝ ਕੁ ਸਮਾਂ ਬੀਤਿਆ ਮੇਰਾ ਲੰਘਿਆ। ਇੱਕ ਦਿਨ ਪਿਤ ਕੀ ਪ੍ਰੇਮ ਵਿਸਾਲਾ। ਇੱਕ ਦਿਨ ਦੀ ਗੱਲ ਹੈ ਕਿ ਮੇਰਾ ਪਿਤਾ ਹਰਨਾਕਸ਼ ਨੇ ਮੇਰੇ ਨਾਲ ਬਹੁਤ ਹੀ ਪ੍ਰੇਮ ਪਿਆਰ ਕੀਤਾ, ਗੋਦ 'ਚ ਬਿਠਾ ਕੇ। ਸ਼ੁਕਰ ਤਾਤ ਜੇ ਸੰਡੇ ਮਰ ਕੈ। ਜੋ ਦੈਂਤਾਂ ਦਾ ਗੁਰੂ ਹੈ ਸ਼ੁਕਰਾਚਾਰੀਆ, ਤੇ ਉਹਦੇ ਪੁੱਤਰ ਸੰਡਾ ਮਰਕਾ ਸਨ। ਉਤੇ ਪੜਾਵਤ ਦਾਤਨ ਲੜਕੇ। ਜਿੰਨੇ ਵੀ ਆ ਦੈਂਤਾਂ ਦੇ ਲੜਕੇ ਬੱਚੇ ਸਨ, ਉਹਨਾਂ ਸਾਰਿਆਂ ਨੂੰ ਸੰਡਾ ਮਰਕਾ ਹੀ ਦੋਵੇਂ ਪੜ੍ਹਾਉਂਦੇ ਸੀ। ਤਿੰਨ ਢਿਗ ਤਬ ਹੀ ਪੜਨ ਪਠਾਇਆ। ਉਹ ਸੰਡਾ ਮਰਕਾ ਉਸਤਾਦਾਂ ਅਧਿਆਪਕਾਂ ਕੋਲ ਮੇਰੇ ਪਿਤਾ ਨੇ ਵੀ ਇਹ ਪੜ੍ਹ ਸਕਦਾ ਤੇ ਪੜ੍ਹਨ ਵਾਸਤੇ ਭੇਜਿਆ। ਰਾਜਨੀਤ ਸਭ ਦੇਹੋ ਸਿਖਾਇਆ। ਉਹ ਸੰਡਾ ਮਰਕਾ ਨੂੰ ਕਿਹਾ ਵੀ ਇਹ ਸੰਡਾ ਮਰਕਾ, ਇਹ ਜਿਹੜਾ ਮੇਰਾ ਪੁੱਤਰ ਹੈ ਨਾ ਪ੍ਰਹਲਾਦ, ਇਹਨੂੰ ਰਾਜਨੀਤੀ ਦੀ ਜਿਹੜੀ ਸਿੱਖਿਆ ਚੰਗੀ ਤਰ੍ਹਾਂ ਪੜ੍ਹਾ ਦਿਓ, ਸਿਖਾ ਦਿਓ। ਦਾਤਨ ਕੇ ਬਾਲਕ ਬਹੁ ਸੰਗਾ। ਉਸ ਵੇਲੇ ਭਾਈ ਬਾਲਾ ਜੀ ਜਿਹੜੇ ਦੈਂਤਾਂ ਦੇ ਹੋਰ ਬੱਚੇ ਸਨ, ਬਹੁਤਿਆਂ ਬੱਚਿਆਂ ਦਾ ਸੰਗੀ ਸਾਥੀ ਹੋ ਕੇ ਉਹਨਾਂ ਨਾਲ ਪੜਨੇ ਬੈਠੇ ਹਿਰਦੇ ਉਮੰਗਾ। ਮੈਂ ਹਿਰਦੇ ਵਿੱਚ ਐਵੇਂ ਉਤਸ਼ਾਹ ਜਿਹਾ ਕਰਕੇ ਪੜ੍ਹਨ ਵਾਸਤੇ ਉਹ ਪਾਠਸ਼ਾਲਾ ਵਿੱਚ ਜਾ ਬੈਠਾ। ਤਿਨ ਕੋ ਕਹਿਓ ਨਾ ਰੰਚਕ ਮਾਨਾ। ਸੱਚ ਕਹਿਣਾ ਭਾਈ ਬਾਲਾ, ਮੈਂ ਆਪਣੇ ਉਸਤਾਦਾਂ ਦਾ ਕਹਿਆ ਹੋਇਆ ਭੂਰਾ ਮਾਤਰ ਵੀ ਨਹੀਂ ਮੰਨਦਾ ਕੋਈ ਬਚਨ। ਸਿਮਰਨ ਨਾਮ ਵਿਖੈ ਹਿਤ ਠਾਨਾ। ਬਸ ਨਾਮ ਸਿਮਰਨ ਵਿੱਚ ਹੀ ਮੇਰਾ ਹਿੱਤ ਮੈਂ ਧਾਰਿਆ ਹੋਇਆ ਸੀ ਵੀ ਇਹੀ ਕਹਿਣਾ ਸਾ, ਮੇਰੀ ਪੱਟੀਆਂ ਲਿਖ ਦੋ ਸ੍ਰੀ ਗੋਪਾਲ। ਇੱਕ ਦਿਵਸ ਪਿਤ ਅੰਕ ਬਿਠਾਈ। ਇੱਕ ਦਿਨ ਦੀ ਗੱਲ ਹੈ ਵੀ ਪੜ੍ਹਨ ਤੇ ਰੋਜ਼ ਜਾਂਦਾ ਸੀ। ਮੇਰੇ ਪਿਤਾ ਨੇ ਸੋਚਿਆ ਵੀ ਵੇਖਾਂ ਵੀ ਕੀ ਪੜ੍ਹਿਆ ਹੋਇਆ ਹੈ, ਤੇ ਇੱਕ ਦਿਨ ਦੀ ਗੱਲ ਹੈ ਕਿ ਮੇਰੇ ਪਿਤਾ ਜੀ ਨੇ ਮੈਨੂੰ ਗੋਦੀ ਵਿੱਚ ਬਿਠਾ ਲਿਆ। ਸਾਦਰ ਹੱਸ ਕੇ ਗਿਰਾ ਅਲਾਈ। ਬੜਾ ਸਤਿਕਾਰ ਕਰਕੇ ਹੋਏ, ਲਾਡ ਪਿਆਰ ਕਰਦੇ ਹੋਏ ਹੱਸ ਕੇ ਮੈਨੂੰ ਕਿਹਾ, ਜੋ ਤੁਮ ਪਾਠ ਪੜਿਓ ਹੈ ਤੇ ਤਾਤਾ। ਹੇ ਪ੍ਰਹਲਾਦ ਪੁੱਤਰ, ਆ ਜੋ ਤੂੰ ਪਾਠ ਪੜਿਆ ਉਸਤਾਦਾਂ ਪਾਸੋਂ, ਜਿਹੜੀ ਵਿਦਿਆ ਪੜ੍ਹੀ ਹੈ, ਸੰਥਿਆ ਪੜ੍ਹੀ ਹੈ ਤੈਨੇ, ਮੁਝ ਹੈ ਸੁਨਾਵੋ ਸੁਭਗ ਸੁਹਾਤਾ। ਸ੍ਰੇਸ਼ਟ ਭਾਗਾਂ ਵਾਲੇ ਪ੍ਰਹਲਾਦ ਪੁੱਤਰ ਸੋਭਨੀਕ,
ਉਹ ਮੈਨੂੰ ਸਾਰੀ ਸੰਥਿਆ ਅੱਜ ਪੜ੍ਹ ਕੇ ਸੁਣਾ ਦੇ। ਚਿਤ ਕੀ ਗਿਰਾ ਸੁਣੀ ਜਬ ਕਾਨਾ, ਜਦੋਂ ਹੀ ਮੈਂ ਆਪਣੇ ਪਿਤਾ ਦੀ ਬਾਣੀ ਸੁਣੀ ਹੈ ਕੰਨਾਂ ਵਿੱਚ, ਹਸ ਪ੍ਰਕਾਰ ਤਬ ਬਚਨ ਬਖਾਨਾ। ਇਸ ਤਰ੍ਹਾਂ ਕਹਿੰਦੇ ਭਾਈ ਬਾਲਾ ਉਸ ਵੇਲੇ ਮੈਂ ਬਚਨ ਕਿਹਾ ਵੀ ਹੇ ਮੇਰੇ ਪਿਤਾ, ਸੁਨਹੁ ਤਾਤ ਇਹ ਪਾਠ ਅਨੂਪਾ। ਹੇ ਪਿਤਾ ਜੀ, ਇਹ ਜਿਹੜਾ ਪਾਠ ਮੈਂ ਪੜਿਆ ਨਾ ਇਹ ਅਨੂਪਮੀ ਹੈ, ਉਪਮਾ ਤੋਂ ਰਹਿਤੇ ਤੁਸੀਂ ਸੁਣੋ ਕਿਹੜਾ ਪਾਠ ਹੈ। ਤਜਹ ਗਰੇਹ ਇਹ ਅੰਧ ਜੋ ਕੂਪਾ। ਉਹ ਪਾਠ ਇਹ ਹੈ ਪਿਤਾ ਜੀ ਵੀ ਇਹ ਜਿਹੜਾ ਘਰ ਹੈ ਇਹ ਘਰ ਨੂੰ ਛੱਡ ਦਿਓ ਤੁਸੀਂ। ਇਹ ਘਰ ਅੰਨੇ ਖੂਹ ਵਰਗੇ ਹੈ, ਜਿਵੇਂ ਕੋਈ ਅੰਨੇ ਖੂਹ 'ਚ ਡਿੱਗ ਪਵੇ ਉੱਥੇ ਚੀਕਾਂ ਮਾਰਦਾ ਰਹਿੰਦਾ ਹੈ ਤੇ ਉਹ ਨਿਕਲ ਨਹੀਂ ਨਾ ਸਕਦਾ, ਉੱਥੇ ਮਰ ਖਪ ਜਾਂਦਾ ਹੈ। ਇਸੇ ਤਰ੍ਹਾਂ ਹੈ ਪਿਤਾ ਜੀ ਇਹ ਘਰ ਅੰਨੇ ਖੂਹ ਵਰਗਾ ਹੈ, ਇਹਨੂੰ ਤੁਸੀਂ ਛੱਡ ਦਿਓ। ਜਿਹ ਮੈਂ ਆਤਸ਼ਾ ਦੁਖ ਅਪਾਰਾ। ਜਿਸ ਅੰਨੇ ਖੂਹ ਘਰ ਵਿੱਚ ਬੜਾ ਭਾਰੀ ਦੁੱਖ ਹੈ, ਜਿਹੜਾ ਡਿੱਗ ਪੈਂਦਾ ਉਹ ਨਹੀਂ ਨਿਕਲਦਾ ਕਦੀ। ਹੋਤ ਨਹੀਂ ਕਬਹੁ ਛੁਟਕਾਰਾ। ਕਦੀ ਛੁਟਕਾਰਾ ਨਹੀਂ ਹੁੰਦਾ ਜਿਹੜਾ ਇਹਦੇ ਵਿੱਚ ਡਿੱਗ ਪੈਂਦਾ ਹੈ। ਉਹ ਅੰਨੇ ਖੂਹ 'ਚ ਕੋਈ ਡਿੱਗ ਪਵੇ ਤੇ ਉਹ ਚੀਕਾਂ ਮਾਰ ਮਾਰ ਕੇ ਮਨੁੱਖ ਮਰ ਜਾਂਦਾ, ਕੋਈ ਕੱਢਦਾ ਨਹੀਂ, ਉੱਥੇ ਹੀ ਸੜ ਕੇ ਮਰ ਜਾਂਦਾ ਬਾਅਦ ਵਿੱਚ। ਇਹ ਘਰ ਵੀ ਅੰਨੇ ਖੂਹ ਵਾਂਗ ਹੈ, ਜਿਹੜੇ ਅਸੀਂ ਪਏ ਹੋਏ ਹਾਂ ਵੇਖੋ ਨਿਕਲ ਨਹੀਂ ਸਕਦੇ, ਕੁਝ ਵੀ ਹੋ ਜੇ ਉੱਥੇ ਕੀ ਦੁਖੀ ਹੋਈ ਜਾਂਦੇ ਹਾਂ, ਚੀਕਾਂ ਮਾਰਦੇ ਹਾਂ, ਬੜੇ ਪਰੇਸ਼ਾਨ ਹੈ ਪਰ ਛੱਡ ਹੀ ਨਹੀਂ ਸਕਦੇ। ਭਗਤ ਪ੍ਰਹਲਾਦ ਜੀ ਨੇ ਉਹ ਪੈਂਦਿਆਂ ਹੀ ਇਹ ਕਿਹਾ ਕਿ ਹੇ ਪਿਤਾ ਜੀ ਆਹ ਪਾਠ ਮੈਂ ਪੜ੍ਹਿਆ ਸੁਣੋ, ਇਹ ਅੰਨੇ ਖੂਹ ਘਰ ਨੂੰ ਛੱਡ ਦਿਓ, ਜਿਹੜੇ ਇਹਦੇ ਵਿੱਚ ਡਿੱਗ ਪੈਂਦੇ ਉਹ ਛੁੱਟ ਨਹੀਂ ਸਕਦੇ ਜਿੰਨਾ ਚਿਰ ਮਰ ਨਹੀਂ ਜਾਂਦੇ। ਇਹ ਤਜ ਕਾਨਨ ਮਹਿ ਚਲ ਬਸੀਏ। ਇਸ ਅੰਨੇ ਖੂਹ ਘਰ ਨੂੰ ਛੱਡ ਕੇ ਬਾਹਰ ਜੰਗਲਾਂ ਵਿੱਚ ਹੀ ਚੱਲ ਕੇ ਜਾ ਵਸੀਏ। ਦੇਵ ਬਿਸ਼ਨ ਪਦ ਕੇ ਰਸ ਰਸੀਏ। ਵਿਸ਼ਨੂੰ ਭਗਵਾਨ ਦੇ ਚਰਨਾਂ ਦਾ ਜਿਹੜਾ ਪ੍ਰੇਮ ਰਸ ਹੈ ਉਹਦੀ ਸੇਵਾ ਦਾ ਰਸ ਲਈਏ। ਨਾਮ ਸਿਮਰ ਅਗਿਆਨ ਮਿਟਾਵੋ। ਪਿਤਾ ਜੀ ਨਾਮ ਨੂੰ ਸਿਮਰ ਕੇ ਆਪਣਾ ਅਗਿਆਨ ਖਤਮ ਕਰ ਦਿਓ, ਮਿਟਾ ਦਿਓ ਅੰਦਰੋਂ। ਭਗਤ ਕਰਹੁ ਉੱਤਮ ਪਦ ਪਾਵੋ। ਭਗਵਾਨ ਦੀ ਭਗਤੀ ਕਰੋ, ਉੱਤਮ ਪਦਵੀ ਪਾ ਲਓ। ਸੁਨੀ ਸ਼ਰਾਵਨਾ ਮਹਿ ਜਬ ਅਸ ਬਾਣੀ। ਮੇਰੇ ਪਿਤਾ ਜੀ ਨੇ ਇਹ ਭਾਈ ਬਾਲਾ ਜਦੋਂ ਮੇਰੀ ਇਹੋ ਜਿਹੀ ਬਾਣੀ ਬਚਨ ਸੁਣੀ ਹੈ ਕੰਨਾਂ 'ਚ, ਬਿਸਮਤ ਹਸਿਓ ਤਬ ਹੈ ਅਗਿਆਨੀ। ਪਿਤਾ ਮੇਰਾ ਗਿਆਨੀ ਸੀ, ਬੇਸਮਝ ਖਿੜ ਖੜਾ ਕੇ ਹੱਸਿਆ ਤੇ ਅਚਰਜ ਹੋਇਆ ਵੀ ਆ ਲੜਕਾ ਮੇਰਾ ਕੀ ਕਹਿੰਦਾ ਮੈਨੂੰ। ਕਹਿ ਸੰਡੇ ਸੋ ਬਚ ਆਸਰੀਤਾ। ਫਿਰ ਇਸ ਤਰ੍ਹਾਂ ਨਾਲ ਮੇਰੇ ਸੰਡੇ ਉਸਤਾਦ ਨੂੰ ਬਚਨ ਕਹਿਣ ਲੱਗਾ, ਇਸ ਬਾਲਕ ਕੀ ਮਤ ਵਿਪਰੀਤਾ। ਓਏ ਉਸਤਾਦਾ ਇਹ ਮੇਰੇ ਬੱਚੇ ਦੀ ਜਿਹੜੀ ਅਕਲ ਮੱਤ ਮੇਰੇ ਤੋਂ ਤੇ ਉਲਟੀ ਲੱਗਦੀ ਹੈ ਮੈਨੂੰ। ਔਗਣ ਖਾਨ ਕਹਿਤ ਮੁਖ ਬਾਣੀ। ਔਗਣਾ ਦੀ ਜਿਹੜੀ ਖਾਣ ਹੈ ਇਹਦੀ ਬਾਣੀ ਹੈ, ਇਹਦੇ ਜਿਹੜੇ ਮੁਖੋਂ ਬਚਨ ਕਹਿੰਦਾ ਨਾ ਔਗਣ ਭਰੇ, ਕਹਿੰਦਾ ਕੋਈ ਮਤਲਬ ਨਹੀਂ ਇਹਦੀਆਂ ਗੱਲਾਂ ਦਾ। ਕਿਸ ਨੇ ਇਸ ਕੋ ਐਸ ਸਿਖਾਨੀ। ਉਹ ਤੁਸੀਂ ਕਿੱਥੇ ਰਹਿੰਦੇ ਹੋ, ਕਿਸ ਨੇ ਇਹਨੂੰ ਇਹੋ ਜਿਹੀ ਸਿੱਖਿਆ ਦੇ ਦਿੱਤੀ ਹੈ। ਕਿਹ ਰੇਖ ਕੋ ਨਾ ਕਰਨ ਦੇਹੋ ਸੰਗਾ। ਅੱਗੇ ਵਾਸਤੇ ਇਹਦਾ ਧਿਆਨ ਰੱਖਣਾ, ਕਿਸੇ ਰਿਖੀ ਸਾਧੂ ਦੀ ਇਹਨੂੰ ਸੰਗਤ ਨਾ ਕਰਨ ਦਿਓ, ਇਹਨੂੰ ਕਿਸੇ ਰਿਖੀ ਦੇ ਨਾਲ ਮਿਲ ਨਹੀਂ ਦੇਣਾ, ਘਰ ਵਿੱਚ ਹੀ ਰੱਖਣਾ ਆਪਣੇ। ਨਿਜ ਗ੍ਰਹਿ ਰਾਖ ਪੜਾਓ ਨਿਸੰਗਾ। ਨਿਸ਼ੰਗ ਹੋ ਕੇ ਆਪਣੇ ਘਰ ਵਿੱਚ ਰੱਖ ਕੇ ਪੜਾਉਣਾ, ਕਿਸੇ ਦੇ ਮੱਥੇ ਨਹੀਂ ਲੱਗਣ ਦੇਣਾ, ਕਿਸੇ ਸਾਧੂ ਫਕੀਰ ਦੇ। ਸੁਣ ਕਰ ਤਬ ਲੈ ਕੇ ਘਰ ਆਏ। ਸੁਣ ਕਰਕੇ ਇਹ ਭਾਈ ਬਾਲਾ ਉਸ ਵੇਲੇ ਮੇਰੇ ਉਸਤਾਦ ਸੰਡੇ ਨੇ ਮੈਨੂੰ ਲੈ ਕੇ ਆਪਣੇ ਘਰ ਆ ਗਏ। ਥਾਨ ਇਕਾਂਤ ਵਿਖੇ ਬਿਠਾਏ। ਇਕਾਂਤ ਸਥਾਨ ਦੇ ਵਿੱਚ ਮੈਨੂੰ ਬਿਠਾਇਆ, ਜਿੱਥੇ ਹੋਰ ਕੋਈ ਵੀ ਵਿਦਿਆਰਥੀ ਨਹੀਂ ਸੀ ਨਾਲ। ਭੋਜਨ ਲੱਗੇ ਤਬ ਹੈ ਇਹ ਰੀਤੀ। ਫਿਰ ਮੇਰੇ ਜਿਹੜੇ ਉਸਤਾਦ ਹੈ ਸੰਡਾ ਮਰਕਾ ਮੈਨੂੰ ਪੁੱਛਣ ਲੱਗੇ, ਕਹਿੰਦੇ ਵੀ ਆ ਜਿਹੜੀ ਰੀਤੀ ਹੈ ਤੇਰੀ ਪ੍ਰਹਲਾਦਾ, ਕਿਨ ਸਿਖਲਾਈ ਮਤ ਵਿਖਰੀਤੀ। ਵਿਪਰੀਤੀ ਆ ਵੀ ਕਿੰਨੇ ਤੈਨੂੰ ਅਕਲ ਮਤ
ਪੁੱਠੀ ਰੀਤੀ ਤੈਨੂੰ ਸਿਖਾਈ, ਤੇਰੀ ਉਲਟੀ ਮਤ ਕੀਤੀ ਹੈ ਕਿਸੇ ਨੇ। ਕਿਦੋਂ ਹਿਰਦੇ ਤੇ ਕੁਮਤ ਉਠਾਈ, ਜਾਂ ਫਿਰ ਪ੍ਰਹਲਾਦ ਤੂੰ ਹਿਰਦੇ ਵਿੱਚ ਖੋਟੀ ਮਤ ਆਪੇ ਹੀ ਪੈਦਾ ਕਰ ਲਈ, ਵੀ ਆਪੇ ਹੀ ਆ ਖੋਟ ਜੀ ਧਾਰੀ ਹੋਈ ਹੈ। ਬਹੁਰ ਨ ਆਸ ਬਿਦ ਕਹੋ ਬਨਾਈ, ਕਹਿਣ ਲੱਗਾ ਉਹ ਮੇਰਾ ਉਸਤਾਦ ਵੀ ਉਹ ਪ੍ਰਹਲਾਦ ਬੱਚੇ, ਅੱਜ ਜਿਸ ਤਰ੍ਹਾਂ ਤੂੰ ਅੱਜ ਕਹਿ ਦਿੱਤਾ ਨਾ ਪਿਓ ਨੂੰ ਜਾ ਕੇ ਵੀ ਗਿਆਨ ਦੇ ਬਚਨ ਕਰਦਾ ਸੇ ਵੀ ਘਰ ਛੱਡ ਦਿਓ, ਜੰਗਲਾਂ 'ਚ ਵੱਸੋ, ਵਿਸ਼ਨੂੰ ਭਗਤੀ ਕਰੋ, ਇਹ ਜਿਹੜੀ ਗੱਲ ਅੱਜ ਕਹਿ ਦਿੱਤੀ ਗਾਂ ਤੋਂ ਨਹੀਂ ਕਹਿਣੀ ਆਪਣੇ ਪਿਓ ਨੂੰ। ਸੁਨ ਕਰ ਮੈਂ ਹੱਸ ਬਚਨ ਬਖਾਨਾ, ਉਸ ਵੇਲੇ ਸੁਣ ਕਰਕੇ ਭਾਈ ਬਾਲਾ ਮੈਂ ਹੱਸ ਕੇ ਬਚਨ ਕਿਹਾ ਵੀ ਉਸਤਾਦ ਜੀ ਤੁਮ ਕੋ ਭਾਸਤ ਆਪਨ ਬਿਗਾਨਾ, ਹੇ ਮੇਰੇ ਉਸਤਾਦ ਤੁਹਾਨੂੰ ਤੇ ਜਿਹੜਾ ਹੈ ਨਾ ਉਹ ਆਪਣਾ ਬਗਾਨਾ ਪ੍ਰਤੀਤ ਹੁੰਦਾ ਹੈ, ਤੁਹਾਨੂੰ ਲੱਗਦਾ ਵੀ ਆਪਣਾ ਬਗਾਨਾ ਹੈ ਕੋਈ, ਮੋਕੋ ਪਰ ਪੁਨ ਅਪਰ ਨਾ ਕਾਹੀ, ਪਰ ਮੈਨੂੰ ਤੇ ਕੋਈ ਆਪ ਹੀ ਪਰਾਇਆ ਹੈ, ਆਪਣਾ ਕੋਈ ਵੀ ਨਹੀਂ ਦਿਸਦਾ। ਪੂਰਨ ਏਕ ਆਤਮਾ ਆਹੀ, ਬਸ ਜੋ ਇੱਕ ਆਤਮਾ ਹੈ ਪਰਿਪੂਰਨ, ਸਾਰੇ ਪਾਸੇ ਉਹੀ ਦਿਸ ਰਿਹਾ ਹੈ। ਅਸਾਂ ਨੇ ਤੇ ਸੰਤਾਂ ਦੀ ਸੰਗਤ ਕੀਤੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨੇ ਆਈ। ਸਦਾ ਪ੍ਰਣਾਮ ਕਰੋ ਮੈਂ ਤਾਸੂ, ਮੈਂ ਤੇ ਉਸ ਇੱਕ ਜੋ ਆਤਮਾ ਪਰਿਪੂਰਨ ਸਾਰਿਆਂ ਵਿੱਚ ਉਸ ਨੂੰ ਪ੍ਰਣਾਮ ਨਮਸਕਾਰ ਕਰਦਾ ਹਾਂ। ਜਿਹ ਕੀ ਮਾਇਆ ਕੇਰ ਬਿਲਾਸੂ, ਜਿਸ ਪਰਮੇਸ਼ਰ ਦੀ ਮਾਇਆ ਦੇ ਇਹ ਕੌਤਕ ਹੈ ਚੋਜ ਹਨ, ਮੋਹੇ ਸਰਬ ਚਰਾਚਰ ਜਾਹੀ, ਜਿਸ ਪਰਮੇਸ਼ਰ ਦੀ ਮਾਇਆ ਨੇ ਆ ਜੜ ਚੇਤਨ ਹੀ ਸਾਰੇ ਮੋਏ ਹੋਏ ਹੈ, ਜਿਨ ਮੋਹੇ ਬ੍ਰਹਮੰਡ ਖੰਡ, ਮਨ ਬਿਗਾਨ ਲਖਾਵਾ ਤਾਹੀ, ਉਸ ਮਾਇਆ ਨੇ ਆਪਣਾ ਬਗਾਨਾ ਜਣਾਇਆ ਵੀ ਆ ਤੁਹਾਡਾ ਆਪਣਾ ਤੇ ਆ ਬਗਾਨਾ ਹੈ। ਭੇਦ ਅਪਰ ਪਰ ਹੈ ਔਰ ਤੇਰੋ, ਇਹ ਉਸਤਾਦ ਸੰਡਾ ਮਰਕਾ ਤੇਰੇ ਹਿਰਦੇ ਵਿੱਚ ਆਪਣੇ ਪਰਾਏ ਦਾ ਭੇਦ ਫਰਕ ਹੈ, ਤੂੰ ਜਾਣਦਾ ਵੀ ਆ ਆਪਣਾ ਬਗਾਨਾ ਹੈ। ਭੇਦ ਬੁੱਧ ਕਛ ਨਹੀਂ ਮੋਰੇ, ਮੇਰੇ ਹਿਰਦੇ ਵਿੱਚ ਤੇ ਆ ਜਿਹੜੀ ਭੇਦ ਬੁੱਧੀ ਹੈ ਕੁਝ ਹੈ ਹੀ ਨਹੀਂ ਹੈ, ਜਾਂ ਸਾਡਾ ਨਹੀਂ ਹੈ, ਆ ਬਗਾਨਾ ਹੈ, ਸਾਨੂੰ ਤੇ ਕੋਈ ਦਿਸਦਾ ਨਹੀਂ ਹੈ, ਸਾਨੂੰ ਤੇ ਸਾਰੇ ਪਾਸੇ ਇੱਕ ਆਤਮਾ ਪਰਿਪੂਰਨ ਆਪਾ ਹੀ ਦਿਸਦਾ ਹੈ। ਸ੍ਰੀ ਕਰਤਾਰ ਕਰਾ ਜਬ ਕਰਨਾ, ਹੇ ਉਸਤਾਦ ਜੀ ਜਦੋਂ ਪਰਮੇਸ਼ਰ ਕਰ ਦੇਵੇ ਨਾ ਕਿਰਪਾ ਕਿਸੇ ਤੇ, ਤਬ ਯਹ ਭੇਦ ਹੋਏ ਔਰ ਹਰਨਾ, ਤਦ ਇਹ ਜਿਹੜਾ ਭੇਦ ਹੈ ਆਪਣੇ ਪਰਾਏ ਦਾ ਖੋਟੀ ਮਤ ਜਿਹੜੀ ਹੈ ਹਿਰਦੇ ਵਿੱਚੋਂ ਨਾਸ ਹੋ ਜਾਂਦੀ ਹੈ। ਆਤਮ ਮਹਿ ਪਰ ਅਪਰ ਬਖਾਨੇ, ਜਿਹੜਾ ਕੋਈ ਆਪਣੇ ਆਪੇ ਵਿੱਚ ਆਪਣੇ ਆਤਮਾ ਵਿੱਚ ਆ ਪਰਾਇਆ ਬਗਾਨਾ ਕਹਿੰਦਾ ਵੀ ਉਹ ਬਗਾਨਾ ਆ ਪਰਾਇਆ ਹੈ, ਵੇਦ ਅਰਥ ਕੋ ਕਮਤ ਨਾ ਜਾਣੇ, ਉਹ ਖੋਟੀ ਮਤ ਵਾਲਾ ਵੇਦ ਦਾ ਜਿਹੜਾ ਅਰਥ ਕਹੀਏ ਸਿਧਾਂਤ ਉਹਨੂੰ ਜਾਣਦਾ ਹੀ ਨਹੀਂ ਹੈ। ਕਹਿਣ ਤੋਂ ਭਾਵ ਵੀ ਜਿਹੜੀ ਆਤਮਾ ਸਾਡੇ ਅੰਦਰ ਉਹੀ ਤੁਹਾਡੇ ਅੰਦਰ ਹੈ, ਫਿਰ ਦੂਸਰਾ ਤੇ ਕੋਈ ਹੈ ਹੀ ਨਹੀਂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਭਗਤ ਜੀ ਤੇ ਉਸ ਸਿਧਾਂਤ ਨਾਲ ਕਹਿ ਰਹੇ ਹੈ। ਹੁਣ ਸੰਡਾ ਮਰਕਾ ਭਾਵੇਂ ਉਸਤਾਦ ਹੀ ਹੈ, ਉਹ ਗੱਲ ਹੀ ਨਹੀਂ ਸਮਝ ਰਹੇ। ਤੇ ਭਗਤ ਮਹਾਰਾਜ ਕਹਿੰਦੇ ਵੀ ਜਿਹੜੇ ਖੋਟੀ ਮਤ ਵਾਲੇ ਹੈ, ਜਿਹੜੇ ਆਪਣੀ ਆਤਮਾ ਵਿੱਚ ਹੀ ਬਗਾਨਾ ਆਪਣਾ ਸਮਝੀ ਜਾਂਦੇ ਹੈ, ਉਹ ਤੇ ਵੇਦ ਦੇ ਸਿਧਾਂਤ ਨੂੰ ਨਹੀਂ ਜਾਣ ਸਕਦੇ। ਅਸੀਂ ਭੈੜੀ ਮਤ ਵਾਲੇ ਕਬਹਿ ਨਾ ਹੋਏ ਤਾਹੇ ਕਲਿਆਣਾ, ਉਹ ਕਿੰਨਾ ਵੀ ਪੜ ਲੈਣ ਚੁੰਚ ਗਿਆਨੀ ਬਣ ਜਾਣ ਉਹਨਾਂ ਦੀ ਕਲਿਆਣ ਨਹੀਂ ਹੋ ਸਕਦੀ। ਜਨਮ ਮਰਨ ਪਾਵਹਿ ਦੁਖ ਨਾਨਾ, ਉਹ ਤੇ ਨਾਨਾ ਤਰ੍ਹਾਂ ਦੇ ਬੇਅੰਤੀ ਦੁੱਖ ਨਰਕ ਚ ਪਾ ਕੇ ਜੰਮਣ ਮਰਨ ਪਾਉਣਗੇ। ਪੂਰਨ ਲਖਹਿ ਆਤਮਾ ਜੋਈ, ਪਰ ਜੋ ਗਿਆਨੀ ਆਪਣੇ ਆਤਮਾ ਨੂੰ ਪੂਰਨ ਸਭ ਵਿੱਚ ਜਾਣਦਾ ਸਮਝਦਾ ਹੈ, ਭਵ ਬੰਧਨ ਤੇ ਛੂਟਹਿ ਸੋਈ, ਬਸ ਉਹੀ ਹੀ ਉਸਤਾਦ ਜੀ ਇਸ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਤੋਂ ਛੁੱਟਦਾ ਹੈ। ਸੁਨ ਕਰ ਆਸ ਬਾਚ ਸੰਡਾ ਮਰਕਾ, ਇਸ ਤਰ੍ਹਾਂ ਸੁਣ ਕਰਕੇ ਸੰਡਾ ਮਰਕਾ ਮੇਰੇ ਬਚਨ ਕਹਿ ਕੇ
ਛੋਟੇ ਵੱਡ ਯਹ ਲੜਕਾ। ਭਾਈ ਬਾਲਾ ਉਹ ਮੈਨੂੰ ਕਹਿਣ ਲੱਗੇ ਵੀ ਇਹ ਜਿਹੜਾ ਪ੍ਰਹਲਾਦ ਲੜਕਾ ਬੱਚਾ ਇਹ ਤੇ ਬੜਾ ਖੋਟਾ ਭੈੜਾ ਨੀਤ ਵਾਲਾ। ਦੈਤਨ ਕੁਲ ਕਾਨਨ ਕੀ ਨਿਆਈ। ਜਿਹੜੀ ਦੈਂਤਾਂ ਦੀ ਕੁੱਲ ਹੈ ਇਹ ਤੇ ਕਹਿੰਦੇ ਬੜੇ ਤਗੜੇ ਜੰਗਲ ਦੇ ਵਾਂਗੂ ਹੈ। ਵਿਸ਼ਨ ਕੁਠਾਰ ਸਮਾਨ ਨਸਾਈ। ਤੇ ਜੋ ਵਿਸ਼ਨੂੰ ਭਗਵਾਨ ਹੈ ਉਹ ਤੇ ਇਹ ਦੈਂਤਾਂ ਦੀ ਕੁੱਲ ਜੰਗਲ ਨੂੰ ਨਾਸ ਕਰਨ ਵਾਸਤੇ ਕੁਹਾੜੇ ਵਰਗਾ ਹੈ। ਬਿਨ ਦੰਡੇ ਜੋ ਇਹ ਕੁਠਾਰਾ। ਫੇਰ ਵੀ ਸਿਆਣੇ ਕਹਿੰਦੇ ਵੀ ਜੇ ਬਿਨਾ ਕੁਹਾੜੇ ਬਿਨਾ ਡੰਡੇ ਦਸਤੇ ਤੋਂ ਜਿਹੜਾ ਕੁਹਾੜਾ ਹੈ ਕਾਟ ਨਾ ਸਕਹਿ ਬਿਟਪ ਨਿਰਧਾਰਾ। ਉਹ ਨਿਰਣਾ ਨਿਸ਼ਚਿੰਤੀ ਇਹ ਗੱਲ ਹੈ ਨਿਸ਼ਚੇ ਪੂਰਵਕ ਹੀ ਵੀ ਉਹ ਜਿਹੜਾ ਕੁਹਾੜਾ ਹੈ ਦਸਤੇ ਡੰਡੇ ਤੋਂ ਬਿਨਾ ਉਹ ਰੁੱਖਾਂ ਨੂੰ ਕੱਟ ਵੱਢ ਨਹੀਂ ਸਕਦਾ। ਤਿਉ ਆਗਾ ਥੋ ਹਰ ਭਗਵਾਨਾ। ਤਿਵੇਂ ਜੋ ਹਰੀ ਭਗਵਾਨ ਵਿਸ਼ਨੂੰ ਸੀ ਉਹਦੇ ਪਹਿਲਾਂ ਇਹ ਜਿਹੜਾ ਡੰਡੇ ਤੋਂ ਬਿਨਾ ਕੁਹਾੜਾ ਕੱਲਾ ਹੁੰਦਾ ਉਹਦੇ ਵਰਗਾ ਸੀ। ਅਬ ਇਹ ਹੋਇਓ ਦੰਡ ਸਮਾਨਾ। ਆ ਜਿਹੜਾ ਦੈਂਤਾਂ ਦੀ ਕੁੱਲ ਚ ਹੋ ਗਿਆ ਨਾ ਪ੍ਰਹਲਾਦ ਪੈਦਾ ਇਹ ਤੇ ਡੰਡੇ ਸਮਾਨ ਹੀ ਹੋਇਆ ਹੈ। ਇਹ ਮਾਨੋ ਕਿ ਡੰਡਾ ਹੀ ਹੈ ਤੇ ਇਹ ਵਿਸ਼ਨੂੰ ਰੂਪ ਕੁਹਾੜੇ 'ਚ ਪੈ ਕੇ ਵੱਢੇਗਾ ਸਾਰੀ ਕੁੱਲ। ਨਿਸ਼ਚੈ ਨਾਸ ਬੰਸ ਕਾ ਕਰਈ। ਆ ਤੇ ਹੁਣ ਨਿਸ਼ਚੈ ਭਰੋਸਾ ਹੀ ਹੋ ਗਿਆ ਵੀ ਦੈਂਤਾਂ ਦੀ ਜਿਹੜੀ ਅੰਸ ਬੰਸ ਇਹ ਨਾਸ ਕਰੇਗਾ ਪ੍ਰਹਲਾਦ ਡੰਡਾ ਬਣ ਕੇ। ਵੱਡੋ ਢੀਠ ਡਰ ਹਿਰਦੇ ਨਾ ਧਰਈ। ਉਹ ਵੇਖ ਆਪਣੇ ਨਾਲ ਦੇ ਨੂੰ ਕਹਿੰਦਾ ਓਏ ਇੱਕ ਦੂਜੇ ਨਾਲ ਦੇ ਵੇਖੋ ਬੱਚਾ ਕਿੰਨਾ ਢੀਠ ਹੈ ਆ ਡਰਦਾ ਹੀ ਨਹੀਂ ਨਾ ਸਾਡੇ ਤੋਂ ਨਾ ਪਿਓ ਆਪਣੇ ਤੋਂ। ਆਨਾ ਬੈਂਤ ਸਾਸ ਨਾ ਦੇਈ। ਉਹ ਬੱਚਿਓ ਲਿਆਓ ਇੱਥੇ ਬੈਂਤ ਡੰਡਾ ਇਹਨ ਹੁਣੇ ਸਜ਼ਾ ਦੇਈਏ ਇਹਨੇ ਨਹੀਂ ਸੂਤ ਆਉਣਾ ਇਦਾਂ। ਬਿਨ ਡਾਂਟੇ ਇਹ ਸੀਖ ਨਾ ਲਈ। ਬਿਨਾ ਤਾੜੇ ਆ ਬਿਨਾ ਮਾਰਿਆ ਇਹਨੇ ਨਹੀਂ ਸਿੱਖਿਆ ਲੈਣੀ ਇਹਨੇ ਨਹੀਂ ਕਿ ਸਮਝਣਾ ਇਹਨੇ ਤੇ ਸਾਨੂੰ ਹੀ ਸਮਝਾਉਣਾ ਉਸ ਤਰ੍ਹਾਂ। ਬਹੁ ਪ੍ਰਕਾਰ ਕੋ ਭੈ ਦਿਖਰਾਵੈ। ਭਾਈ ਬਾਲਾ ਇਸ ਤਰ੍ਹਾਂ ਮੇਰੇ ਉਸਤਾਦ ਉਹ ਡੰਡਾ ਜਿਹਾ ਲੈ ਕੇ ਮੈਨੂੰ ਬੜੇ ਭੈ ਦਿਖਾਉਂਦੇ ਐ। ਆਪਣੀ ਵਿਦਿਆ ਸਕਲ ਪੜਾਵੈ। ਆਪਣੀ ਜਿਹੜੀ ਵਿਦਿਆ ਰਾਜਨੀਤੀ ਦੀ ਸਾਰੀ ਪੜਾਉਂਦੇ ਵੀ ਪੜ੍ਹਲਾ ਤਗੜਾ ਹੋ ਗਏ। ਏਕ ਨਹੀਂ ਤਿਨ ਕੀ ਮਨ ਮਾਨੀ। ਇੱਕ ਵੀ ਕਹਿੰਦੇ ਭਾਈ ਬਾਲਾ ਮੈਂ ਸੱਚ ਕਹਿਣਾ ਆਪਣੇ ਉਸਤਾਦਾਂ ਦੀ ਮੰਨੀ ਨਹੀਂ ਹੈ ਵਸਾਈ ਨਹੀਂ ਗੱਲ। ਦੇਖ ਕੁਰੀਤੀ ਤੂਸ਼ਨ ਠਾਨੀ। ਮੇਰੀ ਖੋਟੀ ਜੀ ਰੀਤੀ ਦੇਖ ਕੇ ਮੇਰੇ ਉਸਤਾਦਾਂ ਨੇ ਚੁੱਪ ਧਾਰ ਲਈ ਵੀ ਇਹਨੇ ਨਹੀਂ ਸੂਤ ਆਉਣਾ ਇਹਨੇ ਨੇ ਕੁਝ ਵੀ ਕਰਨਾ। ਬੀਤ ਗਇਓ ਜਬ ਕੇਤਕ ਕਾਲਾ। ਇਸ ਤਰ੍ਹਾਂ ਮੈਨੂੰ ਉੱਥੇ ਇਕੱਲੇ ਨੂੰ ਪੜਦਿਆਂ ਹੋਇਆਂ ਜਦੋਂ ਕੁਝ ਕੁ ਸਮਾਂ ਬੀਤ ਗਿਆ। ਦੇਖ ਤੇ ਜਾਣਤ ਭੇ ਪੜਿਓ ਵਿਸਾਲਾ। ਮੇਰੇ ਉਸਤਾਦ ਜਾਣਨ ਲੱਗੇ ਵੀ ਪ੍ਰਹਲਾਦ ਚੰਗਾ ਹੀ ਪੜ੍ਹ ਲਿਖ ਗਿਆ ਹੈ। ਇੱਕ ਦਿਨ ਦੈਂਤ ਰਾਜ ਕੇ ਪਾਸਾ। ਇੱਕ ਦਿਨ ਦੀ ਗੱਲ ਹੈ ਵੀ ਜੋ ਦੈਂਤਾਂ ਦਾ ਰਾਜਾ ਮੇਰਾ ਪਿਤਾ ਹਰਨਾਕਸ਼ ਉਹਦੇ ਕੋਲ ਇਹ ਕਰ ਗਮਨੇ ਕਰਤ ਹੁਲਾਸਾ। ਆਨੰਦ ਜਿਹਾ ਕਰਦੇ ਖੁਸ਼ੀ ਜੀ ਕਰਦੇ ਲੈ ਕੇ ਚਲੇ ਗਏ ਵੀ ਸ਼ਾਬਾਸ਼ ਲੈ ਕੇ ਆਈਏ। ਜਾਏ ਪਿਤਾ ਪਦ ਬੰਧਨ ਕੀਨੀ। ਭਾਈ ਬਾਲਾ ਮੈਂ ਜਾ ਕਰਕੇ ਆਪਣੇ ਪਿਤਾ ਦੇ ਚਰਨਾਂ ਤੇ ਨਮਸਕਾਰ ਕੀਤੀ। ਕਰੇ ਹਰਖ ਆਸਖ ਤਿਨ ਦੀਨੀ। ਮੇਰੇ ਪਿਤਾ ਨੇ ਬੜੀ ਖੁਸ਼ੀ ਜੀ ਕਰਕੇ ਮੈਨੂੰ ਸਿੱਖਿਆ ਦਿੱਤੀ ਵੀ ਪੁੱਤਰ ਦਿਨ ਤੱਤੀ ਵਾ ਨਾ ਲੱਗੇ। ਦੋਏ ਕਰ ਸੋ ਗਹਿ ਕਰ ਭਲ ਭਾਂਤੀ। ਚੰਗੀ ਤਰ੍ਹਾਂ ਹੀ ਆਪਣੇ ਹੱਥਾਂ ਨਾਲ ਦੋਹਾਂ ਦੇ ਮੈਨੂੰ ਫੜ ਕਰਕੇ ਬਦਨ ਬਿਲੋਕ ਲਾਏ ਲੀ ਛਾਤੀ। ਮੁੱਖ ਜਿਹੜਾ ਮੇਰਾ ਤੱਕ ਕੇ ਤੇ ਮੈਨੂੰ ਛਾਤੀ ਨਾਲ ਲਾ ਲਿਆ ਬੜਾ ਪ੍ਰੇਮ ਕੀਤਾ ਹੈ। ਇਸ ਤਰ੍ਹਾਂ ਜਦੋਂ ਫਿਰ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਕੇ ਪ੍ਰੇਮ ਨਾਲ ਲਾ ਕੇ ਕਿਹਾ ਵੀ ਪੁੱਤਰ ਆ ਬੜਾ ਸਮਾਂ ਹੋ ਗਿਆ ਤੈਨੂੰ ਪੜ੍ਹਨ ਗਏ ਨੂੰ ਹੁਣ ਤੂੰ ਪੜ੍ਹ ਕੇ ਆਇਆ ਕੁਝ ਸਮੇਂ ਬਾਅਦ ਵੀ ਕੀ ਸੰਥਿਆ ਪੜ੍ਹੀ ਉਸਤਾਦਾਂ ਪਾਸੋਂ ਜੋ ਪੜ੍ਹਿਆ ਉਹ ਸਾਰੀ ਸੰਥਿਆ ਮੈਨੂੰ ਸੁਣਾ। ਜਿਵੇਂ ਭਗਤ ਮਹਾਰਾਜ ਜੀ 9 ਪ੍ਰਕਾਰ ਦੀ ਭਗਤੀ ਦੇ ਰਾਹੀਂ ਆਪਣੇ ਪਿਤਾ ਜੀ ਨੂੰ ਭਗਤੀ ਕਰਨ ਵਾਸਤੇ ਕਹਿੰਦੇ ਹੈ ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਕਰੀਏ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਜਾਏ ਪਿਤਾ ਪਦ ਬੰਧਨ ਕੀਨੇ, ਕਰੇ ਹਰਖ ਆਸਕ ਤੈਨਾ ਦੇਨੇ। ਦੋਏ ਕਰ ਸੋ ਗਹਿ ਕਰ ਭਲ ਭਾਂਤੀ, ਬਦਨ ਬਿਲੋਕ ਲਾਏ ਲੀ ਛਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।